बहुत सारे इंटरव्यूज़ तुसीं पहलां भी देखे होने आ, पर सच मन्निओ कि ये इंटरव्यू खास है, एक वखरा है जिस दे विच तुहानूं वो जानकारी मिलूगी जिहड़ी शायद तुहानूं हाले तक किसी भी इंटरव्यू दे विच ना मिली होवे। ਤਾਂ RCIC ਦੀ ਫੁੱਲ ਫਾਰਮ ਹੈਗੀ ਜੀ ਆਪਣੇ ਕੋਲ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ। ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਦਾ ਮਤਲਬ ਹੈ ਕਿ ਇੱਕ ਆਥੋਰਾਈਜ਼ਡ ਪਰਸਨ ਜਿਹੜਾ ਤੁਹਾਡੀ ਕੈਨੇਡਾ ਇਮੀਗ੍ਰੇਸ਼ਨ ਦੀ ਫਾਈਲ ਜਾਂ ਕੈਨੇਡਾ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਵੀ ਤੁਹਾਡੇ ਡਾਕੂਮੈਂਟ ਲਈ ਤੁਹਾਨੂੰ ਰਿਪਰੈਜ਼ੈਂਟੇਸ਼ਨ ਦੇ ਸਕਦਾ। 12ਵੀਂ ਤੋਂ ਬਾਅਦ ਹੁਣ ਇੱਕ ਕਰੇਜ਼ ਜਿਹਾ ਬਣ ਗਿਆ ਕਿ 12ਵੀਂ ਕੀਤੀ ਹੈ ਤੇ ਵਿਦੇਸ਼ 'ਚ ਆ ਕੇ, ਉਹ ਵੀ ਖਾਸ ਕਰਕੇ ਕੈਨੇਡਾ ਦੇ ਵਿੱਚ। ਤਾਂ ਹੁਣ ਸਟੱਡੀ ਵੀਜ਼ਾ ਇੱਕ ਬਹੁਤ ਕਾਮਨ ਚੀਜ਼ ਹੈਗੀ ਹੈ ਕਿ ਹਰ ਕਿਸੇ ਨੂੰ ਤੁਸੀਂ ਕਿਸੇ ਦੇ ਮੈਂ ਕਹਿੰਦਾ ਜਿਨ੍ਹਾਂ ਦੇ ਘਰੇ 4-5 ਬੱਚੇ ਗਏ ਨੇ ਉਹ ਵੀ ਕੰਸਲਟੈਂਟ ਬਣਿਆ ਹੋਇਆ ਕਿ ਜੇ ਸਾਡੇ 4 ਬੱਚਿਆਂ ਦੀ ਫਾਈਲ ਲੱਗੀ ਉਹ ਪ੍ਰੋਸੈਸ ਪਤਾ ਲੱਗ ਗਿਆ ਕਿ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ, ਸਾਨੂੰ ਕਿਸੇ ਦੀ ਜ਼ਰੂਰਤ ਨਹੀਂ। ਅਦਰਵਾਈਜ਼ ਬਹੁਤ ਸਟ੍ਰੇਟ ਫਾਰਵਰਡ ਪ੍ਰੋਸੈਸ ਹੈ। ਆਇਲਸ ਕਲੀਅਰ ਕਰੋ, ਆਪਣੇ ਐਜੂਕੇਸ਼ਨਲ ਡਾਕੂਮੈਂਟ ਦਿਓ, ਕਿਉਂਕਿ +2 ਵਾਲੇ ਬੱਚੇ ਕੋਲ 2 ਹੀ ਡਾਕੂਮੈਂਟ 10th ਤੇ 12th, ਕੋਈ ਜ਼ਿਆਦਾ ਡਾਕੂਮੈਂਟ ਨਹੀਂ ਹੁੰਦੇ। ਬਟ ਬਾਏ ਲਾਅ ਤੁਸੀਂ ਜੋ ਫੀਸ ਹੈ ਤੁਸੀਂ ਆਪਣੇ ਅਕਾਊਂਟ 'ਚੋਂ ਹੀ ਭਰੋ, ਤਾਂ ਕਿ ਜਦੋਂ ਜੇ ਕੋਈ ਮਤਲਬ 19-21 ਹੁੰਦੀ ਆ ਤੇ ਕੱਲ ਨੂੰ ਕਾਲਜ ਫੀਸ ਰਿਫੰਡ ਕਰਦਾ ਤਾਂ ਤੁਹਾਡੇ ਕੱਲ ਨੂੰ ਇਸ ਚੀਜ਼ ਦੀ ਫਰਾਡ ਨਾ ਹੋ ਜਾਏ ਕਿ ਤੁਹਾਡੀ ਆਈ ਨਹੀਂ ਜਾਂ ਤੁਹਾਡੀ ਇੰਨੀ ਕੱਟ ਕੇ ਆ ਗਈ। ਪ੍ਰੋਗਰਾਮ ਦੇਖਿਆ ਕਰੋ ਕਿਹੜਾ ਜਾਣਾ, ਕਿਹੜੇ ਪ੍ਰੋਗਰਾਮ ਲਈ ਐਲੀਜੀਬਲ ਹੋ, ਅੱਗੋਂ ਪ੍ਰੋਗਰਾਮ ਦੀ ਐਲੀਜੀਬਿਲਟੀ ਕਿਹੜੀ ਆ, ਹੈ ਨਾ। ਤਾਂ ਮੈਂ ਨਾਰਮਲੀ ਦੇਖਿਆ ਨਾ ਕਿ ਕਈ ਵਾਰੀ ਆ ਕੇ ਸਾਨੂੰ ਵੀ ਕਹਿ ਦਿੰਦੇ ਕਿ ਜੀ ਮੈਂ ਨਾ ਵਿਨੀਪੈਗ ਹੀ ਜਾਣਾ। ਦੈਟ ਮੀਨਸ ਕਿ ਉਹ ਸਿਰਫ ਵਿਨੀਪੈਗ ਜਾਣਾ ਚਾਹੁੰਦਾ, ਰਾਈਟ। ਉਹਨੂੰ ਕੋਈ ਮਤਲਬ ਨਹੀਂ ਕਿੱਥੇ ਸਟੱਡੀ ਹੈ, ਕੀ ਹੈ ਕੀ ਨਹੀਂ। ਹੋ ਸਕਦਾ ਉਹਦਾ ਵਿਨੀਪੈਗ 'ਚ ਕੋਰਸ ਹੀ ਨਾ ਹੋਵੇ। ਫਿਰ ਤੁਸੀਂ ਉਹਨੂੰ ਪੁੱਛ ਲਿਆ ਕਰੋ ਕਿ ਜੀ ਜੇ ਦੇਖੋ ਮਾੜੀ ਗੱਲ ਨਹੀਂ ਕਿ ਜੇ ਤਾਂ ਕੋਈ ਤੁਹਾਨੂੰ ਪਤਾ ਕਿ ਜਾਂ ਤਾਂ ਉਹ ਪੁੱਛ ਲਿਆ ਕਰੋ ਕਿ ਤੁਸੀਂ ਸਾਡੀ ਫਾਈਲ ਨੂੰ ਰਿਪਰੈਜ਼ੈਂਟੇਸ਼ਨ ਦੇ ਰਹੇ ਹੋ ਜਾਂ ਤੁਸੀਂ ਮੇਰੇ ਨਾਮ 'ਤੇ ਅਕਾਊਂਟ ਬਣਾ ਰਹੇ ਹੋ, ਇੰਨਾ ਕੁ ਪੁੱਛ ਲਿਆ ਕਰੋ। ਨੋ, ਤੁਹਾਡਾ ਜਿੰਨਾ ਚਿਰ ਤੁਹਾਨੂੰ ਸਟੱਡੀ ਪਰਮਿਟ ਇਨ ਹੈਂਡ ਨਹੀਂ ਮਿਲਦਾ ਦੈਟ ਉਹਨਾਂ ਚਿਰ ਤੁਸੀਂ ਉੱਥੇ ਦੇ ਤੁਹਾਨੂੰ ਕਹਿ ਲਓ ਕਿ ਤੁਹਾਡੇ ਕੋਲ ਰਾਈਟਸ ਹੈ ਨਹੀਂ ਗਾ ਕੋਈ ਕਿ ਤੁਸੀਂ ਐਂਟਰ ਕਰ ਸਕੋ। ਜੇ ਤੁਸੀਂ ਐਜ਼ ਏ ਰਿਪਰੈਜ਼ੈਂਟ ਕੀਤਾ ਤਾਂ ਉੱਥੇ ਜਵਾਬਦੇਹੀ ਮੇਰੇ ਲਈ ਜਵਾਬਦੇਹੀ ਹੈ ਕਿ ਸਾਡੀ ਬਾਡੀ ਕਹਿੰਦੀ ਹੈ ਕਿ ਜੇ ਤੁਸੀਂ ਕਲਾਇੰਟ ਰੱਖਿਆ, ਕਲਾਇੰਟ ਨੇ ਤੁਹਾਨੂੰ ਹਾਇਰ ਕੀਤਾ ਤਾਂ ਤੁਸੀਂ ਉਹਦਾ ਰਿਜ਼ਲਟ ਆਉਣ ਤੋਂ ਬਾਅਦ ਵੀ 6 ਸਾਲ ਤੱਕ ਉਹਦੇ ਸਾਰੇ ਡਾਕੂਮੈਂਟ ਸਾਂਭ ਕੇ ਰੱਖਣੇ ਕਿ ਜੇ ਅਸੀਂ ਕਿਤੇ ਦੁਬਾਰੇ ਮੰਗਿਆ ਤਾਂ ਸਾਡਾ ਵੀ ਆਡਿਟ ਹੁੰਦਾ। ਯਾਨੀ ਕੈਜੂਅਲੀ ਤੁਸੀਂ ਚੱਲ ਹੀ ਨਹੀਂ ਸਕਦੇ ਵੀ ਇਹ ਨਹੀਂ ਹੈ ਤਾਂ ਉਹ ਨਹੀਂ ਹੈ, ਤੁਹਾਨੂੰ ਵੀ ਪ੍ਰੋਪਰ, ਕਿਉਂਕਿ ਉਹਦੇ ਨਾਲ ਤੁਹਾਡਾ ਰਿਕਾਰਡ ਨਾਲ ਜੁੜੇਗਾ। ਜੇ ਤੁਸੀਂ ਜਾਣਾ ਕੈਨੇਡਾ, ਉੱਥੇ ਲੈਂਗੁਏਜ ਇੰਗਲਿਸ਼ ਆ, ਹੈ ਨਾ, ਐਟਲੀਸਟ ਉਹ ਤਾਂ ਹੀ ਤਾਂ ਕਹਿੰਦੇ ਨੇ ਕਿ ਲਿਖਣੀ ਪੜ੍ਹਨੀ ਬੋਲਣੀ ਬੇਸਿਕ ਲੈਵਲ ਦੀ ਆਉਣੀ ਹੋਵੇ। ਪਰ ਬਹੁਤ ਸਾਰੇ ਲੋਕ ਇੱਦਾਂ ਦੇ ਨੇ ਕਿ ਜਿਹੜੇ PR ਦੇਖਦੇ ਨੇ, PR ਭਾਲਦੇ ਨੇ। PR ਦਾ ਇੱਕ ਮਤਲਬ ਬਹੁਤ ਵੱਡਾ ਵਾਈਡ ਸਕੋਪ ਆਦਾ। PR ਪਰਮਾਨੈਂਟ ਰੈਜ਼ੀਡੈਂਸੀ ਇੱਥੋਂ ਜਾ ਸਕਦੇ ਆ। ਈਵਨ ਮੈਂ ਹੁਣ ਥੋੜ੍ਹੀ ਕਾਸਟ ਦੱਸਦਾ ਅਤੇ ਉਹ ਵੀ ਕਈ ਵਾਰੀ ਹੈਰਾਨੀ ਹੋ ਜਾਊਗੀ ਕਿ ਈਵਨ ਜੇ ਤੁਸੀਂ ਸਾਰਾ ਐਲੀਜੀਬਲ ਹੋ ਨਾ ਤਾਂ ਤੁਹਾਨੂੰ ਹਾਰਡਲੀ 1.5 ਤੋਂ 2 ਲੱਖ 'ਚ ਵੀ ਤੁਸੀਂ ਇੱਥੋਂ PR ਜਾ ਸਕਦੇ। ਰਾਦਰ ਸਾਡਾ 6 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਅਸੀਂ 1-to-1 ਮੀਟ ਵੀ ਰੱਖੀ ਹੋਈ ਆ। ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰੌਵਰਿੰਦਰ ਸਿੰਘ ਤੇ ਅੱਜ ਅਸੀਂ ਇੱਕ ਖਾਸ ਇੰਟਰਵਿਊ ਲੈ ਕੇ ਆਏ ਹਾਂ ਉਹਨਾਂ ਲੋਕਾਂ ਦੇ ਲਈ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ, ਜਾਂ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਸਟੱਡੀ ਵੀਜ਼ਾ ਤੇ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨਾ ਚਾਹ ਰਹੇ ਨੇ। ਯਾਨੀ ਕਿ ਖਾਸ ਤੌਰ ਤੇ ਜੇਕਰ ਆਪਾਂ ਗੱਲ ਕੈਨੇਡਾ ਦੀ ਕਰੀਏ ਤਾਂ ਬਹੁਤ ਸਾਰੇ ਇੰਟਰਵਿਊਜ਼ ਤੁਸੀਂ ਪਹਿਲਾਂ ਵੀ ਦੇਖੇ ਹੋਣੇ ਆ, ਪਰ ਸੱਚ ਮੰਨਿਓ ਕਿ ਇਹ ਇੰਟਰਵਿਊ ਖਾਸ ਹੈ, ਇੱਕ ਵੱਖਰਾ ਹੈ ਜਿਸ ਦੇ ਵਿੱਚ ਤੁਹਾਨੂੰ ਉਹ ਜਾਣਕਾਰੀ ਮਿਲੂਗੀ ਜਿਹੜੀ ਸ਼ਾਇਦ ਤੁਹਾਨੂੰ ਹਾਲੇ ਤੱਕ ਕਿਸੇ ਵੀ ਇੰਟਰਵਿਊ ਦੇ ਵਿੱਚ ਨਾ ਮਿਲੀ ਹੋਵੇ। ਕਿਉਂਕਿ ਅੱਜ ਜੋ ਸਾਡੇ ਨਾਲ ਗੈਸਟ ਨੇ ਉਹ ਕੁਝ ਇਸ ਤਰ੍ਹਾਂ ਦੀ ਪਰਸਨੈਲਿਟੀ ਨੇ ਕਿ ਜਿਨ੍ਹਾਂ ਨੂੰ ਸਥਾਈ ਮੈਂਬਰਸ਼ਿਪ ਵੀ ਮਿਲੀ ਹੋਈ ਹੈ। RCIC ਦੇ ਨਾਂ ਨਾਲ ਇਹ ਮੈਂਬਰਸ਼ਿਪ ਜਾਣੀ ਜਾਂਦੀ ਹੈ। ਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਗਗਨਦੀਪ ਸਿੰਘ ਖੱਟੜਾ ਸਾਹਿਬ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੇ ਸਤਿ ਸ਼੍ਰੀ ਅਕਾਲ ਜੀ। ਜਿਸ ਤਰੀਕੇ ਦੇ ਨਾਲ ਮੈਂ ਕਿਹਾ ਕਿ RCIC, ਇਸ ਦਾ ਮਤਲਬ ਨਹੀਂ ਪਤਾ। ਈਵਨ ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਮੈਨੂੰ ਵੀ ਨਹੀਂ ਪਤਾ ਕਿ ਕਿਹੜੀ ਮੈਂਬਰਸ਼ਿਪ ਹੈ, ਕਿਉਂਕਿ ਹੁਣ ਤੱਕ ਜੇ ਅਸੀਂ ਕੰਸਲਟੈਂਟਸ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜ਼ਿਆਦਾਤਰ ਮੋਸਟਲੀ ਕਿਸੇ ਦੇ ਨਾਲ ਵੀ ਇਹ ਲੱਗਿਆ ਨਹੀਂ ਹੁੰਦਾ। ਤੁਹਾਡੇ ਨਾਂ ਦੇ ਨਾਲ ਕਿਉਂ ਲੱਗਿਆ ਹੋਇਆ ਇਹ ਸਾਨੂੰ ਨਹੀਂ ਤੁਸੀਂ ਇਹ ਸਹੀ ਕਿਹਾ ਕਿ ਜ਼ਿਆਦਾਤਰ ਨਹੀਂ ਪਤਾ ਹੁੰਦਾ ਕਿਉਂਕਿ ਇੱਕ ਕੈਨੇਡੀਅਨ ਅਥਾਰਟੀ ਹੈ ਨਾ। ਤਾਂ RCIC ਦੀ ਫੁੱਲ ਫਾਰਮ ਹੈਗੀ ਜੀ ਆਪਣੇ ਕੋਲ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ। ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਦਾ ਮਤਲਬ ਹੈ ਕਿ ਇੱਕ ਆਥੋਰਾਈਜ਼ਡ ਪਰਸਨ ਜਿਹੜਾ ਤੁਹਾਡੀ ਕੈਨੇਡਾ ਇਮੀਗ੍ਰੇਸ਼ਨ ਦੀ ਫਾਈਲ ਜਾਂ ਕੈਨੇਡਾ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਵੀ ਤੁਹਾਡੇ ਡਾਕੂਮੈਂਟ ਲਈ ਤੁਹਾਨੂੰ ਰਿਪਰੈਜ਼ੈਂਟੇਸ਼ਨ ਦੇ ਸਕਦਾ। ਜੇ ਸਿੱਧੇ ਸ਼ਬਦਾਂ 'ਚ ਕਹਿ ਲਓ ਕਿ ਜਿਵੇਂ ਆਪਣੇ ਇੱਥੇ ਵਕੀਲ ਹੁੰਦਾ ਨਾ ਕਿ ਜਦੋਂ ਕੋਈ ਕਿਸੇ 'ਤੇ ਕੇਸ ਹੋ ਗਿਆ ਤਾਂ ਉਹਨੂੰ ਕੋਰਟ 'ਚ ਜਾ ਕੇ ਪੇਸ਼ ਕਰਨ ਲਈ ਇੱਕ ਵਕੀਲ ਚਾਹੀਦਾ ਹੁੰਦਾ ਕਿ ਜੇ ਮੇਰੇ ਬਿਹਾਫ 'ਤੇ ਇਹ ਬੰਦਾ ਗੱਲ ਕਰੂਗਾ। ਤਾਂ ਉਸੇ ਤਰ੍ਹਾਂ ਹੀ ਆ, ਤਾਂ ਹੀ ਤਾਂ ਸਾਨੂੰ ਦੂਜਾ ਨਾਂ ਸਾਡਾ ਵਕੀਲ ਵੀ ਹੁੰਦਾ ਕਿ ਇਮੀਗ੍ਰੇਸ਼ਨ ਵਾਲੇ ਵਕੀਲ।
ਬਟ ਅਸੀਂ RCIC ਮੈਂਬਰ ਜਿਹੜੇ ਨੇ, ਇੱਕ ਰੈਗੂਲੇਟਰੀ ਬਾਡੀ ਆ ਉੱਥੇ ICC, ਪਹਿਲਾਂ ICCRC ਹੁੰਦੀ ਸੀ, ਹੁਣ ਉਹ CICC ਹੋ ਗਈ ਬਦਲ ਕੇ। ਤਾਂ ਅਸੀਂ ਉਹਦੇ RCIC ਮੈਂਬਰ ਆ ਕਿ ਰੈਗੂਲੇਟ ਜਿਹੜੀ ਕਰਦੀ ਹੈ ਸਾਨੂੰ ਬਾਡੀ, ਅਸੀਂ ਉਹਦੇ ਮੈਂਬਰ ਆ। ਸਾਡੀਆਂ ਓਬਲੀਗੇਸ਼ਨ ਨੇ, ਸਾਡੀਆਂ ਡਿਊਟੀਜ਼ ਨੇ, ਸਾਡੇ ਉਹਨਾਂ ਨੇ ਫਿਕਸ ਗਾਈਡਲਾਈਨਸ ਦਿੱਤੀਆਂ ਹੋਈਆਂ ਸਾਨੂੰ ਕਿ ਤੁਸੀਂ ਰਿਪਰੈਜ਼ੈਂਟ ਕਰ ਸਕਦੇ ਹੋ। ਬਟ ਰਿਪਰੈਜ਼ੈਂਟ ਇੱਦਾਂ ਨਹੀਂ ਕਿ ਵੀ ਤੁਸੀਂ ਸ਼ਰੇਆਮ ਜੋ ਚਾਹੋ ਕਰ ਲਓਗੇ, ਬਟ ਉਹਦੀ ਗਾਈਡਲਾਈਨਸ ਦੇ ਬਾਉਂਡ ਦੇ ਅੰਦਰ, ਕੈਨੇਡੀਅਨ ਲਾਅ ਦੇ ਅਕੋਰਡਿੰਗ ਜੋ ਤੁਹਾਨੂੰ ਪਰਮਿਟਡ ਆ ਤੁਸੀਂ ਉਹੀ ਕਰ ਸਕਦੇ ਹੋ। ਅਤੇ ਤੁਸੀਂ ਇੱਕ ਕਲਾਇੰਟ ਨੂੰ ਜੇ ਉੱਥੇ ਰਿਪਰੈਜ਼ੈਂਟ ਕਰਦੇ ਹੋ ਇਮੀਗ੍ਰੇਸ਼ਨ ਲਈ, ਤਾਂ ਤੁਹਾਡਾ ਬਕਾਇਦਾ ਤੁਹਾਡਾ ਰਿਪਰੈਜ਼ੈਂਟੇਸ਼ਨ ਫਾਰਮ ਹੁੰਦਾ, ਬਕਾਇਦਾ ਤੁਹਾਡਾ ਇੱਕ ਰਿਟੇਨਰ ਐਗਰੀਮੈਂਟ ਹੁੰਦਾ, ਜਿਹਦੇ ਵਿੱਚ ਕਿ ਕਲਾਇੰਟ ਸਾਈਡ ਅਤੇ ਜਿਹੜਾ ਲਾਇਰ ਸਾਈਡ ਹੈ ਜਾਂ ਰਿਪਰੈਜ਼ੈਂਟੇਸ਼ਨ ਸਾਈਡ ਹੈ, ਦੋਨਾਂ ਨੂੰ ਸੇਫ ਰੱਖਿਆ ਜਾਂਦਾ ਕਿ ਦੋਨਾਂ ਦੀ ਸੇਫਟੀ ਪਹਿਲਾਂ ਹੋਵੇ। ਤਾਂ ਇਸੇ ਲਈ ਇੱਕ ਐਡੀ ਵੱਡੀ ਰੈਗੂਲੇਟਰੀ ਬਾਡੀ ਚੱਲਦੀ ਹੈ ਜਿਹਦੇ ਵਿੱਚ ਅਲੱਗ-ਅਲੱਗ ਲਾਇਸੈਂਸ ਨੰਬਰ ਮਿਲਦੇ ਨੇ, ਜਿਹਦੇ ਵਿੱਚ ਸਾਡੀਆਂ ਡਿਫਰੈਂਟ ਗਾਈਡਲਾਈਨਸ ਨੇ, ਅਤੇ ਉਹਨਾਂ ਨੂੰ ਅਸੀਂ ਫੁੱਲਫਿਲ ਕਰਨਾ ਹੁੰਦਾ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਲਈ। ਤਾਂ ਇਹ ਇੱਕ ਵਾਰ ਦੱਸ ਦਿੰਦੇ ਹਾਂ ਕਿ ਗਲੋਬਲ ਅਚੀਵਰਸ ਇਮੀਗ੍ਰੇਸ਼ਨ ਦੇ ਨਾਂ 'ਤੇ ਭਾਜੀ ਹੁਣੀ ਲੁਧਿਆਣਾ ਦੇ ਵਿੱਚ ਵੀ ਇਹਨਾਂ ਦੇ ਦਫ਼ਤਰ ਨੇ, ਅਤੇ ਜ਼ਿਆਦਾ ਸਮਾਂ ਸ਼ਾਇਦ ਤੁਸੀਂ ਕੈਨੇਡਾ ਰਹਿੰਦੇ ਹੋ। ਹਾਂਜੀ, ਠੀਕ ਹੈ। ਅਤੇ ਹੁਣ ਜੇ ਆਪਾਂ ਗੱਲ ਕਰੀਏ, ਸਟੱਡੀ ਵੀਜ਼ਾ ਦਾ ਬਹੁਤ ਕਰੇਜ਼ ਹੈ ਪੰਜਾਬ ਦੇ ਵਿੱਚ। ਹਰ ਪਿੰਡ ਦੇ ਵਿੱਚ ਜਾਂ ਤਾਂ ਬੱਚੇ ਬਹੁਤ ਸਾਰੇ ਗਏ ਹੋਏ ਨੇ ਜਾਂ ਬਹੁਤ ਸਾਰੇ ਤਿਆਰੀ ਕਰਦੇ, ਆਈਲੈਸ ਕਰ ਰਹੇ ਆ। 12ਵੀਂ ਤੋਂ ਬਾਅਦ ਹੁਣ ਇੱਕ ਕਰੇਜ਼ ਜਿਹਾ ਬਣ ਗਿਆ ਕਿ 12ਵੀਂ ਕੀਤੀ ਹੈ ਅਤੇ ਵਿਦੇਸ਼ 'ਚ ਆ ਕੇ, ਉਹ ਵੀ ਖਾਸ ਕਰਕੇ ਕੈਨੇਡਾ ਦੇ ਵਿੱਚ। ਇਸ ਤਰ੍ਹਾਂ ਦੇ ਬੱਚਿਆਂ ਨੂੰ ਤੁਸੀਂ ਕੀ ਸਲਾਹ ਦਿਓਗੇ? ਕਿਸ ਤਰੀਕੇ ਦੇ ਨਾਲ ਫੈਸਲੇ ਕਰਨੇ ਚਾਹੀਦੇ ਨੇ, ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਚਾਹੀਦਾ, ਤਾਂ ਜੋ ਕੋਈ ਕਿਉਂਕਿ ਨਿੱਕੀ ਉਮਰ ਹੁੰਦੀ ਹੈ, 12ਵੀਂ ਦੇ ਵਿੱਚ ਬੱਚਾ 17-18 ਸਾਲਾਂ ਦਾ ਮਸਾ ਹੀ ਹੁੰਦਾ, ਵੋਟ ਮਸਾ ਬਣੀ ਹੁੰਦੀ ਹੈ, ਧੋਖਾ ਨਾ ਖਾਵੇ, ਅਗਲੀ ਜ਼ਿੰਦਗੀ ਉਹਦੀ ਠੀਕ ਨਿਕਲੇ। ਅੱਗੇ ਕੀ ਸਲਾਹ ਦਿਓਗੇ ਤੁਸੀਂ? ਉਹਦੇ ਲਈ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਜੀ ਹੁਣ +2 ਕਰਕੇ ਆਇਆ ਬੱਚਾ, ਜੇ ਉਹਨੇ ਸੋਚ ਲੈਣਾ ਕਿ ਉਹਨੇ ਕੈਨੇਡਾ ਜਾਣਾ, ਕੋਈ ਮਾੜੀ ਗੱਲ ਨਹੀਂ ਹੈ, ਜਾਣਾ ਚਾਹੀਦਾ, ਸੋਹਣਾ ਮੁਲਕ ਆ, ਹੈ ਨਾ, ਬਹੁਤ ਸਾਰੇ ਰਾਈਟਸ ਨੇ ਤੁਹਾਡੇ ਕੋਲੇ ਉੱਥੇ ਆਪਣੇ। ਅਤੇ ਇਹੀ ਸੋਚ ਕੇ ਸ਼ਾਇਦ ਸਾਰੇ ਬੰਦੇ ਆਪਣੇ ਉੱਥੇ ਦਾ ਟਰਾਈ ਕਰਦੇ ਕਿ ਚਲੋ ਉੱਥੇ ਹੀ ਚੱਲਦੇ ਆ। ਤਾਂ ਹੁਣ ਸਾਡੀ ਰਿਸਪੋਂਸੀਬਿਲਿਟੀ ਪਹਿਲਾਂ, ਕਿਉਂਕਿ ਅਸੀਂ ਪੈਸਾ ਲਾਉਣਾ, ਵੀ ਆਰ ਦਾ ਇਨਵੈਸਟਰਸ, ਕਿ ਉਹਦੇ ਪੇਰੈਂਟਸ ਹੈ ਨਾ ਜਿੱਦਾਂ ਵੀ ਲਗਾਉਣਗੇ, ਉਹ ਵੀ ਇੱਕ ਆਸ ਲੈ ਕੇ ਕਰਦੇ ਕਿ ਸਾਡਾ ਬੱਚਾ ਕਰਦੇ। ਬਟ ਪ੍ਰੋਬਲਮਾਂ ਕਦੋਂ ਆਉਂਦੀਆਂ? ਜ਼ਿਆਦਾ ਜਦੋਂ ਉਹਦੇ ਨਾਲ ਫਰਾਡ ਹੋ ਜਾਂਦਾ, ਜਦੋਂ ਉਹ ਜਾਂ ਫਿਰ ਉਹ ਸਕਸੈਸਫੁਲ ਨਹੀਂ ਹੋ ਪਾਉਂਦਾ। ਤਾਂ ਹੁਣ ਸਟੱਡੀ ਵੀਜ਼ਾ ਇੱਕ ਬਹੁਤ ਕਾਮਨ ਚੀਜ਼ ਹੈਗੀ ਹੈ ਕਿ ਹਰ ਕਿਸੇ ਨੂੰ, ਤੁਸੀਂ ਕਿਸੇ ਦੇ, ਮੈਂ ਕਹਿੰਦਾ ਜਿਨ੍ਹਾਂ ਦੇ ਘਰੇ 4-5 ਬੱਚੇ ਗਏ ਨੇ, ਉਹ ਵੀ ਕੰਸਲਟੈਂਟ ਬਣਿਆ ਹੋਇਆ ਕਿ ਜੇ ਸਾਡੇ 4 ਬੱਚਿਆਂ ਦੀ ਫਾਈਲ ਲੱਗੀ, ਉਹ ਪ੍ਰੋਸੈਸ ਪਤਾ ਲੱਗ ਗਿਆ, ਸਾਨੂੰ ਕਿਸੇ ਦੀ ਜ਼ਰੂਰਤ ਨਹੀਂ, ਸਾਨੂੰ ਕਿਸੇ ਦੀ ਜ਼ਰੂਰਤ ਨਹੀਂ। ਤਾਂ ਉਹਦੇ ਲਈ ਪਹਿਲਾਂ ਨਾ ਥੋੜ੍ਹਾ ਜਿਹਾ ਹੋਮਵਰਕ, ਮੈਂ ਕਹਿੰਦਾ ਹੁੰਦਾ ਕਿ ਸਾਰੇ ਬੱਚੇ ਜਾਂ ਸਾਰੇ ਜਿਹੜੇ ਵੀ ਉਹਨਾਂ ਦੇ ਪੇਰੈਂਟਸ ਨੇ, ਥੋੜ੍ਹਾ ਕੁ ਹੋਮਵਰਕ ਕਰਕੇ ਹੀ ਕੰਸਲਟੈਂਟ ਕੋਲ ਜਾਇਆ ਕਰੋ। ਐਟਲੀਸਟ ਤੁਹਾਨੂੰ ਇਹ ਪਤਾ ਹੋਵੇ ਕਿ ਤੁਸੀਂ ਕਿਹੜੇ ਪ੍ਰੋਗਰਾਮ 'ਚ ਚੱਲੇ ਹੋ, ਕਿਹੜਾ ਤੁਸੀਂ ਕਾਲਜ ਜਾਣਾ, ਕਿਹੜਾ ਪ੍ਰੋਵਿੰਸ 'ਚ ਜਾਣਾ। ਸਿਰਫ ਇਹ ਜ਼ਰੂਰੀ ਨਹੀਂ ਹੁੰਦਾ ਕਿ ਮੇਰਾ ਉਹ ਦੋਸਤ ਉੱਥੇ ਰਹਿੰਦਾ ਮੈਂ ਉੱਥੇ ਹੀ ਜਾਊਂਗਾ, ਜਾਂ ਮੇਰਾ ਕੋਈ ਰਿਸ਼ਤੇਦਾਰ ਉੱਥੇ ਰਹਿੰਦਾ ਉੱਥੇ ਹੀ ਜਾਊਂਗਾ। ਪ੍ਰੋਗਰਾਮ ਦੇਖਿਆ ਕਰੋ ਕਿਹੜਾ ਜਾਣਾ, ਕਿਹੜੇ ਪ੍ਰੋਗਰਾਮ ਲਈ ਐਲੀਜੀਬਲ ਹੋ, ਅੱਗੋਂ ਪ੍ਰੋਗਰਾਮ ਦੀ ਐਲੀਜੀਬਿਲਟੀ ਕਿਹੜੀ ਆ, ਹੈ ਨਾ। ਕਿ ਜਿਵੇਂ ਆਪਾਂ ਕਹਿ ਦਈਏ ਕਿ ਬੇਸਿਕ ਜਿਹੀਆਂ ਐਲੀਜੀਬਿਲਟੀਆਂ ਨੇ ਕਿ ਜੀ ਆਇਲਸ ਦਾ ਸਕੋਰ 6 ਬੈਂਡ, ਜੇ ਤੁਸੀਂ ਅੰਡਰ ਗ੍ਰੈਜੂਏਟ ਪ੍ਰੋਗਰਾਮ 'ਚ ਜਾ ਰਹੇ ਹੋ, ਜੇ ਪੋਸਟ ਗ੍ਰੈਜੂਏਟ 6.5, ਅਤੇ ਜੇ ਉੱਪਰ ਜਿੰਨਾ ਉੱਪਰ ਜ਼ਿਆਦਾ ਹੋਏਗਾ ਤਾਂ ਉਹਨੇ ਤੁਹਾਡੇ ਲਈ ਚੋਇਸਿਸ ਵੱਧ ਜਾਂਦੀਆਂ ਨੇ। ਤਾਂ ਮੈਂ ਨੋਰਮਲੀ ਦੇਖਿਆ ਨਾ ਕਿ ਕਈ ਵਾਰੀ ਆ ਕੇ ਸਾਨੂੰ ਵੀ ਕਹਿ ਦਿੰਦੇ ਕਿ ਜੀ ਮੈਂ ਨਾ ਵਿਨੀਪੈਗ ਹੀ ਜਾਣਾ। ਦੈਟ ਮੀਨਸ ਕਿ ਉਹ ਸਿਰਫ ਵਿਨੀਪੈਗ ਜਾਣਾ ਚਾਹੁੰਦਾ, ਰਾਈਟ। ਉਹਨੂੰ ਕੋਈ ਮਤਲਬ ਨਹੀਂ ਕਿੱਥੇ ਸਟੱਡੀ ਹੈ, ਕੀ ਹੈ ਕੀ ਨਹੀਂ। ਹੋ ਸਕਦਾ ਉਹਦਾ ਵਿਨੀਪੈਗ 'ਚ ਕੋਰਸ ਹੀ ਨਾ ਹੋਵੇ, ਤਾਂ ਦੈਟ ਮੀਨਸ ਕਿ ਤੁਸੀਂ ਉਹਨੂੰ ਆਪ ਦੱਸਦਾ ਕਿ ਜੀ ਮੈਂ ਤਾਂ ਇੱਥੇ ਹੀ ਜਾਣਾ, ਤਾਂ ਦੈਟ ਮੀਨਸ ਕਿ ਉਹਨੇ ਵਾਈਡ ਹੋਣ ਦੀ ਜਗ੍ਹਾ 'ਤੇ ਨੈਰੋ ਹੋ ਗਿਆ, ਦਾਇਰਾ ਘਟਾ ਲਿਆ ਉਹਨੇ ਪਹਿਲਾਂ ਹੀ ਆਪਣਾ। ਅਤੇ ਜੇ ਘਟ ਗਿਆ ਫਿਰ ਉੱਥੇ ਪ੍ਰੋਬਲਮ ਹੁੰਦੀ ਹੈ ਕਿ ਇਨਟੇਕ ਨਹੀਂ ਮਿਲਦੀ, ਇਨਟੇਕ ਡੈਫਰ ਹੋ ਜਾਂਦੀ ਹੈ ਜਾਂ ਕੁਛ ਵੀ ਹੋ ਜਾਂਦਾ, ਹੈ ਨਾ। ਤਾਂ ਫਿਰ ਉਹ ਸਾਰੀ ਕਹਾਣੀਆਂ ਉਲਝਣੀਆਂ ਸ਼ੁਰੂ ਹੋ, ਜਿੱਥੇ ਕੰਪਲੈਕਸਿਟੀ ਸ਼ੁਰੂ ਹੋ ਜਾਂਦੀ ਹੈ। ਅਦਰਵਾਈਜ਼ ਬਹੁਤ ਸਟ੍ਰੇਟ ਫਾਰਵਰਡ ਪ੍ਰੋਸੈਸ ਹੈ। ਆਇਲਸ ਕਲੀਅਰ ਕਰੋ, ਆਪਣੇ ਐਜੂਕੇਸ਼ਨਲ ਡਾਕੂਮੈਂਟ ਦਿਓ, ਕਿਉਂਕਿ +2 ਵਾਲੇ ਬੱਚੇ ਕੋਲ 2 ਹੀ ਡਾਕੂਮੈਂਟ, 10th ਅਤੇ 12th, ਕੋਈ ਜ਼ਿਆਦਾ ਡਾਕੂਮੈਂਟ ਨਹੀਂ ਹੁੰਦੇ, ਨਾ ਕੋਈ ਬਹੁਤਾ ਗੈਪ ਹੁੰਦਾ। ਆਇਲਸ ਦਿੱਤੀ, ਉਹ ਦਿੱਤੀ ਆਪਣੀ, ਜੇ ਕਾਲਜ ਆਫਰ ਆ ਗਈ ਦੈਨ GIC ਦੀ ਫੀਸ ਭਰੋ, ਕਾਲਜ ਦੀ ਫੀਸ ਭਰੋ। ਫੀਸ 'ਤੇ ਮੈਂ ਹੁਣ ਇੱਕ ਹੋਰ ਛੋਟਾ ਜਿਹਾ ਪੁਆਇੰਟ ਤੁਹਾਨੂੰ ਨੋਟ ਆਊਟ ਕਰਾ ਦਿੰਦਾ। ਇੱਕ ਨਾ ਨਾਰਮਲ ਟਰੈਂਡ ਆ ਸਾਡੇ ਕਿ ਜੀ ਸਾਰਾ ਕੁਛ ਜਾ ਕੇ ਕੰਸਲਟੈਂਟ ਨੂੰ ਜਾਂ ਏਜੰਟ ਨੂੰ ਹੈਂਡਓਵਰ ਕਰ ਦਿੰਦੇ ਹੋ, ਬਟ ਬਾਏ ਲਾਅ ਤੁਸੀਂ ਜੋ ਫੀਸ ਹੈ ਤੁਸੀਂ ਆਪਣੇ ਅਕਾਊਂਟ 'ਚੋਂ ਹੀ ਭਰੋ, ਤਾਂ ਕਿ ਜਦੋਂ ਜੇ ਕੋਈ ਮਤਲਬ 19-21 ਹੁੰਦੀ ਆ ਅਤੇ ਕੱਲ੍ਹ ਨੂੰ ਕਾਲਜ ਫੀਸ ਰਿਫੰਡ ਕਰਦਾ, ਤਾਂ ਤੁਹਾਡੇ ਕੱਲ੍ਹ ਨੂੰ ਇਸ ਚੀਜ਼ ਦੀ ਫਰਾਡ ਨਾ ਹੋ ਜਾਏ ਕਿ ਤੁਹਾਡੀ ਆਈ ਨਹੀਂ ਜਾਂ ਤੁਹਾਡੀ ਇੰਨੀ ਕੱਟ ਕੇ ਆ ਗਈ, ਤਾਂ ਉਹ ਬਹੁਤ ਹੁੰਦਾ। ਇਹ ਬਿਲਕੁਲ, ਕਿਉਂਕਿ ਇਹ ਹੋਇਆ ਵੀ ਆ ਗਗਨਦੀਪ ਜੀ, ਕਿਉਂਕਿ ਜੇ ਰੀਫੰਡ ਹੁੰਦਾ ਤਾਂ ਉਸ ਕੰਸਲਟੈਂਟ ਦੇ ਅਕਾਊਂਟ 'ਚ ਹੋ ਜਾਂਦਾ ਹੈ। ਉਹ ਅੱਗੇੋਂ ਬੰਦਾ ਕਹਿੰਦਾ ਕੱਟਿਆ ਤਾਂ ਹੁੰਦਾ 20%, ਅੱਗੇ ਬੰਦਾ ਕਹਿੰਦਾ ਜੀ 40% ਕੱਟਿਆ ਜਾਂ 30 ਕੱਟਿਆ ਗਿਆ, ਉੱਥੇ ਵੀ ਫਿਰ ਲਾਸ ਹੋ ਗਿਆ।
ਅੱਛਾ, ਹੋਰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ? ਇੱਕ ਤਾਂ ਅਕਾਊਂਟ ਤੋਂ ਫੀਸ ਆਪ ਭਰੀ ਜਾਵੇ, ਫੀਸ ਪੇ ਕਰਨੀ ਹੈ। ਦੂਸਰੀ ਚੀਜ਼ ਫਿਰ ਤੁਸੀਂ ਉਹਨੂੰ ਪੁੱਛ ਲਿਆ ਕਰੋ ਕਿ ਜੀ ਜੇ ਦੇਖੋ ਮਾੜੀ ਗੱਲ ਨਹੀਂ ਕਿ ਜੇ ਤਾਂ ਕੋਈ ਤੁਹਾਨੂੰ ਪਤਾ ਕਿ ਜਾਂ ਤਾਂ ਉਹ ਪੁੱਛ ਲਿਆ ਕਰੋ ਕਿ ਤੁਸੀਂ ਸਾਡੀ ਫਾਈਲ ਨੂੰ ਰਿਪਰੈਜ਼ੈਂਟੇਸ਼ਨ ਦੇ ਰਹੇ ਹੋ ਜਾਂ ਤੁਸੀਂ ਮੇਰੇ ਨਾਮ ਤੇ ਅਕਾਊਂਟ ਬਣਾ ਰਹੇ ਹੋ, ਇੰਨਾ ਕੁ ਪੁੱਛ ਲਿਆ ਕਰੋ। ਉਹਦਾ ਰੀਜ਼ਨ ਕੀ ਆ ਕਿ ਰੀਸੈਂਟਲੀ ਸਾਡੇ ਕੋਲੇ ਕੋਈ ਇੱਕ ਕੇਸ ਹੋਇਆ ਸੀਗਾ ਕਿ ਉਹ ਬੱਚੇ ਦੀ ਰਿਫਿਊਜ਼ਲ ਆ ਗਈ। ਰਿਫਿਊਜ਼ਲ ਆਉਣ ਤੋਂ ਬਾਅਦ ਉਹ ਸਾਡੇ ਕੋਲ ਆਇਆ ਕਿ ਮੇਰੀ ਰਿਫਿਊਜ਼ਲ ਆ ਗਈ ਅਤੇ ਮੈਂ ਉਹ ਤੋਂ ਡਾਕੂਮੈਂਟ ਮੰਗੇ ਕਿ ਉਹ ਕਹਿੰਦਾ ਜੀ ਉਹਨੇ ਮੈਨੂੰ ਜੱਗ ਜਹਾਨ ਦੇ ਡਾਕੂਮੈਂਟ ਦੇ ਦਿੱਤੇ ਕਿ ਮੈਂ ਆਹ ਵੀ ਦਿੱਤਾ ਸੀ ਮੇਰੀ ਫਾਈਲ 'ਚ ਆਹ ਕੁਛ ਲੱਗਿਆ ਹੋਇਆ, ਰਾਈਟ। ਕਿ ਜਦੋਂ ਫਿਰ ਮੈਂ ਉਹਦੀ ਮੰਗੀ ਕਿ ਰਿਜੈਕਸ਼ਨ ਲੈਟਰ ਦੇ ਉਹਦੀ ਰਿਜੈਕਸ਼ਨ ਲੈਟਰ 'ਚ ਸਾਫ਼ ਲਿਖਿਆ ਸੀ ਕਿ ਨਾ ਉਹਦਾ ਆਇਲਸ ਅਕੈਡਮਿਕ ਅਪਡੇਟਡ ਸੀਗਾ, ਨਾ ਉਹਦੇ ਸਰਟੀਫਿਕੇਟ ਪੂਰੇ ਸੀਗੇ, ਜਿਹਦੇ ਬੇਸਿਸ 'ਤੇ ਉਹਨਾਂ ਨੇ ਉਹਨੂੰ ਰਿਜੈਕਸ਼ਨ ਦਿੱਤੀ ਹੋਈ ਸੀਗੀ। ਉਹਨੇ ਆਪਣੇ ਕੰਸਲਟੈਂਟ ਨਾਲ ਗੱਲ ਕੀਤੀ ਜੀ ਮੈਂ ਤੁਹਾਨੂੰ ਸਾਰੇ ਦਿੱਤੇ ਸੀਗੇ। ਉਹ ਕਹਿੰਦਾ ਕਿ ਮੈਂ ਤਾਂ ਦਿੱਤੇ ਅੱਗੇ। ਉਹਨੇ ਆਪਣਾ ਪੱਲਾ ਝਾੜ ਲਿਆ ਕਿ ਮੈਂ ਤਾਂ ਆਪ ਅਪਲੋਡ ਕਰਤੇ ਸੀ, ਤੈਨੂੰ ਤੇਰੀ ਫਾਈਲ ਦਿੱਤੀ ਆ। ਹੁਣ ਉੱਥੇ ਕੰਪਲੈਕਸਿਟੀ ਕੀ ਆ ਗਈ, ਹੁਣ ਉਹਨੂੰ ਪਤਾ ਨਹੀਂ ਸੀ ਕਿ GC ਕੀ ਜਾਂ ਜਿਹੜੇ ਅਕਾਊਂਟ ਤੋਂ ਫਾਈਲ ਲੱਗੀ ਤੇ ਉਹ ਵੀ ਬੱਚੇ ਦੇ ਨਾਮ ਦਾ। ਜੇ ਬੱਚੇ ਦੇ ਨਾਮ 'ਤੇ ਬਣਿਆ ਨਾ, ਤੁਸੀਂ ਜਿੰਨਾ ਮਰਜ਼ੀ ਕੁਛ ਕਰ ਲਿਓ, ਜਿੰਨਾ ਮਰਜ਼ੀ ਕਲੇਮ ਕਰ ਲਿਓ, ਦੈਟ ਮੀਨਸ ਕਿ ਤੁਸੀਂ ਹੀ ਰਿਸਪੌਂਸੀਬਲ ਹੋ। ਠੀਕ ਹੈ, ਕਿ ਉਹ 'ਚ ਕੋਈ ਹੋਰ ਬੰਦਾ ਰਿਸਪੌਂਸੀਬਲ ਨਹੀਂ। ਕਿਉਂਕਿ ਕੈਨੇਡਾ ਗਵਰਨਮੈਂਟ ਪਹਿਲਾਂ ਕਹਿੰਦੀ ਕਿ ਜਾਂ ਆਪੇ ਕਰ ਲਾ ਜਾਂ ਫਿਰ ਕੰਸਲਟੈਂਟ ਹਾਇਰ ਕਰ ਲਾ ਜਾਂ ਲਾਇਰ ਹਾਇਰ ਕਰ ਲਾ। ਜੇ ਨਹੀਂ ਕਰਨਾ ਦੈਟ ਮੀਨਸ ਤੁਸੀਂ ਜੋ ਤੁਸੀਂ ਦੇ ਰਹੇ ਹੋ ਉਹ ਤੁਸੀਂ ਦੇ ਰਹੇ ਹੋ, ਜੇ ਕੰਸਲਟੈਂਟ ਦੇ ਰਿਹਾ ਤਾਂ ਉਹ ਦੇ ਰਿਹਾ। ਆਫਿਸਰ ਦੀ ਤੁਸੀਂ ਗੱਲ ਕੀਤੀ ਹੈ, ਅਸੀਂ ਹੁਣ ਤੱਕ ਦੇਖਿਆ ਕਾਫੀ ਕੇਸ ਹੋ ਗਏ ਕਿ ਇੱਥੋਂ ਠੀਕ ਠਾਕ ਗਿਆ ਬੱਚਾ, ਉੱਥੇ ਜਾ ਕੇ ਲੈਂਡ ਕੀਤਾ ਹੈ, ਉੱਥੇ ਆਫਿਸਰ ਨੇ ਉਹਨੂੰ ਕੁਝ ਸਵਾਲ ਜਵਾਬ ਪੁੱਛੇ ਨੇ, ਉਹ ਸਵਾਲ ਜਵਾਬ ਨਹੀਂ ਦੇ ਸਕਿਆ। ਉੱਥੇ ਫਿਰ ਕੀ ਕੀਤਾ ਜਾ ਸਕਦਾ? ਉਹ ਚੀਜ਼ ਪ੍ਰੋਬਲਮ ਕ੍ਰੀਏਟ ਨਾ ਕਰੇ। ਉਹ ਬਹੁਤ ਕਾਮਨ ਆ ਉੱਥੇ, ਕਿਉਂਕਿ ਜੇ ਵੱਡੇ 4 ਤੋਂ 5 ਇੰਟਰਨੈਸ਼ਨਲ 에ਅਰਪੋਰਟਸ ਨੇ ਤਾਂ ਇਹ ਹਰ ਰੋਜ਼ ਦੀ ਕਹਾਣੀ ਆ ਉੱਥੇ। ਕਿਉਂਕਿ ਸਾਡੇ ਲੋਕ ਨਾ ਇਹ ਮੰਨ ਲੈਂਦੇ ਕਿ ਜੀ ਵੀਜ਼ਾ ਆ ਗਿਆ ਦੈਟਸ ਇਟ, ਕਿ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ, ਹੁਣ ਅਸੀਂ ਪਹੁੰਚ ਗਏ। ਨੋ, ਤੁਹਾਡਾ ਜਿੰਨਾ ਚਿਰ ਤੁਹਾਨੂੰ ਸਟੱਡੀ ਪਰਮਿਟ ਇਨ ਹੈਂਡ ਨਹੀਂ ਮਿਲਦਾ ਦੈਟ ਉਹਨਾਂ ਚਿਰ ਤੁਸੀਂ ਉੱਥੇ ਦੇ ਤੁਹਾਨੂੰ ਕਹਿ ਲਓ ਕਿ ਤੁਹਾਡੇ ਕੋਲ ਰਾਈਟਸ ਹੈ ਨਹੀਂਗਾ ਕੋਈ ਕਿ ਤੁਸੀਂ ਐਂਟਰ ਕਰ ਸਕੋ। ਤਾਂ ਉੱਥੇ ਐਂਟਰ ਕਰਨ ਲਈ ਇੱਕ ਉੱਥੇ ਬੋਡੀ ਹੈਗੀ CBSA, ਜਿਹੜੀ ਬਾਰਡਰ ਸਿਕਿਉਰਿਟੀ ਏਜੰਸੀ ਆ ਉਹਨਾਂ ਦੀ। ਕਿਉਂਕਿ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਮੀਗ੍ਰੇਸ਼ਨ ਹੋ ਗਿਆ, ਉਹ ਦੇਗੀ ਤੁਹਾਨੂੰ ਫਿਰ। ਹਾਂਜੀ, ਉਹ ਹੀ ਇਸ਼ੂ ਕਰਦੀ ਆ ਤੁਹਾਨੂੰ ਔਨ ਦਾ ਪੋਰਟ, ਤੁਹਾਨੂੰ ਇਸ਼ੂ ਹੁੰਦਾ, ਉਹ ਔਨ 에ਅਰਪੋਰਟ ਇਸ਼ੂ ਹੁੰਦਾ। ਤਾਂ ਉਹਦੇ 'ਚ ਉਸ ਆਫਿਸਰ ਕੋਲੇ ਪੂਰੇ ਰਾਈਟਸ ਨੇ ਕਿ ਉਹ ਤੁਹਾਨੂੰ ਵਾਪਸ ਭੇਜ ਦੇਵੇ ਉੱਥੋਂ ਹੀ, ਜੇ ਤੁਸੀਂ ਉਹਨੂੰ ਉਹਦੇ ਕੁਐਸਚਨਸ ਨਾਲ ਸੈਟੀਸਫਾਈ ਨਹੀਂ ਕਰ ਸਕੇ। ਉਹਨੂੰ ਚੈਲੰਜ ਕੀਤਾ ਜਾ ਸਕਦਾ? ਕੋਈ ਚੈਲੰਜ ਨਹੀਂ ਉਹਦਾ ਚੈਲੰਜ ਇਹ ਹੈ ਕਿ ਤੁਸੀਂ ਅੱਗੇ ਫਿਰ ਫੈਡਰਲ ਕੋਰਟ ਜਾਓ, ਆਪਣੀ ਅਪੀਲ ਦਾਇਰ ਕਰ ਸਕਦੇ ਹੋ ਤੁਸੀਂ। ਉਹਦੇ 'ਚ ਤੁਸੀਂ ਫਿਰ ਜੋ ਆਨਸਰ ਬਣਦੇ ਦੇਈ ਚੱਲਿਓ, ਬਟ ਤੁਸੀਂ ਕੰਟਰੀ ਇੰਨਾ ਨਹੀਂ ਕਰ ਸਕਦੇ। ਉਹ ਤੁਹਾਨੂੰ ਨਾਲ ਦੀ ਨਾਲ ਉੱਥੋਂ ਦੀ ਟਿਕਟ ਵਾਪਸ ਦੇ ਕੇ ਉਹਨਾਂ ਨੇ ਵਾਪਸ ਤੋਰ ਦੇਣਾ। ਤੁਸੀਂ ਕਹੋਗੇ ਟਿਕਟ ਦੇ ਪੈਸੇ ਹੈ ਨਹੀਂ, ਉਹ ਕਹਿੰਦੇ ਟਿਕਟ ਵੀ ਅਸੀਂ ਦੇ ਦਿੰਦੇ, ਕੋਈ ਗੱਲ ਨਹੀਂ। ਤਾਂ ਤੁਹਾਨੂੰ ਉੱਥੋਂ ਡਿਪੋਰਟ ਕੀਤਾ ਜਾਂਦਾ। ਤਾਂ ਡਿਪੋਰਟ ਜਾਂ ਤਾਂ ਪਹਿਲਾਂ 'ਚ ਹੁੰਦਾ। ਉੱਥੇ ਰੀਜ਼ਨ ਕੀ ਆ? ਹੁਣ ਬੱਚੇ ਨੂੰ ਇਹੀ ਨਹੀਂ ਪਤਾ ਕਿ ਜੇ ਮੇਰੇ ਸਬਜੈਕਟ ਕੀ ਆ, ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬਹੁਤ ਕਾਮਨ ਹੈ। ਹੁਣ ਜਾਂ ਇਹ ਕਹਿ ਲਓ ਕਿ ਤੁਹਾਡਾ ਸਕੋਰ ਹੈਗਾ ਜੀ ਕਿ 777 ਜਾਂ 6.5 ਹੈ ਨਾ, ਅਤੇ ਬਟ ਤੁਸੀਂ ਇੱਕ ਲਾਈਨ ਉਹਦੇ ਨਾਲ ਪੂਰੀ ਇੰਗਲਿਸ਼ 'ਚ ਉਹਨੂੰ ਦੱਸ ਨਹੀਂ ਸਕਦੇ, ਰਾਈਟ। ਤਾਂ ਹੁਣ ਸਾਡੀ ਜ਼ਿੰਮੇਵਾਰੀ ਇਕੱਲੇ ਇਹ ਜਿਹੜਾ ਹੁਣ ਕੰਸਲਟੈਂਟ ਹੋਊਗਾ, ਜਿਹੜਾ ਚੰਗਾ ਕੰਸਲਟੈਂਟ, ਉਹਦੀ ਜ਼ਿੰਮੇਵਾਰੀ ਸਿਰਫ ਇੱਥੇ ਨਹੀਂ ਖਤਮ ਹੋਈ ਕਿ ਐਪਲੀਕੇਸ਼ਨ ਲਗਾਤੀ ਅਤੇ ਵੀਜ਼ਾ ਆ ਗਿਆ, ਉਹਦੀ ਫੋਟੋ ਪਾਈ, ਪੋਸਟ ਪਾਈ ਫੇਸਬੁੱਕ 'ਤੇ, ਅਸੀਂ ਵਾਹ ਖੱਟੀ ਕਿ ਸਾਡੇ ਕੋਲ ਹੋਰ ਬੰਦੇ ਆ ਜਾਣ। ਇੰਨਾ ਕੰਮ ਨਹੀਂ। ਉਸ ਤੋਂ ਬਾਅਦ ਤਾਂ ਸਾਰਾ ਸਟੈਪ ਸ਼ੁਰੂ ਹੁੰਦਾ। ਉਹਨੂੰ ਦੱਸੋ ਜਾਣ ਲੱਗੇ ਨੂੰ ਕਿ ਤੇਰੇ ਨਾਲ ਆਹ ਹੋ ਸਕਦੀਆਂ ਨੇ, ਮੈਂਟਲੀ ਪ੍ਰਿਪੇਅਰ ਰਹੀ। ਉੱਥੋਂ ਦੇ ਸਿਸਟਮ ਬਾਰੇ ਦੱਸ ਦਿਓ ਥੋੜ੍ਹਾ ਜਿਹਾ ਕਿ ਉੱਥੇ ਜਾ ਕੇ ਕੀ ਹੋਣਾ, ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਤੁਹਾਡੇ ਲਈ। ਜਿਹੜੀ ਮੇਨ ਗੱਲ ਇਹ ਨਿਕਲ ਕੇ ਆ ਰਹੀ ਹੈ ਦੋਸਤੋ, ਭਾਜੀ ਉਹਨੀ ਦੱਸ ਰਹੇ ਨੇ ਕਿ ਜੋ ਤੁਸੀਂ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ ਜਾਂ ਜੇ ਤੁਸੀਂ ਕਿਸੇ ਹੋਰ ਏਜੰਟ ਦੇ ਕੋਲ ਵੀ ਜਾਂਦੇ ਹੋ ਤਾਂ ਉਹ ਬੰਦਾ ਤੁਹਾਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ। ਖਿਆਲ ਰੱਖਣਾ ਚਾਹੀਦਾ ਇਸ ਦਾ ਕਿ ਤੁਹਾਡੇ ਨਾਂ 'ਤੇ ਫਾਈਲ ਇਹ ਨਾ ਹੋਏ, ਕਿਉਂਕਿ ਫਿਰ ਜੇਕਰ ਤੁਹਾਡੇ ਨਾਂ 'ਤੇ ਫਾਈਲ ਹੈ ਤਾਂ ਉਸ ਬੰਦੇ ਦੀ ਜਾਂ ਫਿਰ ਆਪਾਂ ਭਾਜੀ ਦੀ ਆਪਾਂ ਕਹਿ ਲਈਏ ਕਿ ਇਹਨਾਂ ਦੀ ਜਵਾਬਦੇਹੀ ਫਿਰ ਵਿੱਚੋਂ ਖਤਮ ਹੋ ਜਾਂਦੀ ਹੈ ਜੇ ਤੁਸੀਂ ਐਜ਼ ਏ ਰਿਪਰੈਜ਼ੈਂਟ ਕੀਤੀ। ਤਾਂ ਉੱਥੇ ਜਵਾਬਦੇਹੀ ਮੇਰੇ ਲਈ ਜਵਾਬਦੇਹੀ ਹੈ ਕਿ ਸਾਡੀ ਬੋਡੀ ਕਹਿੰਦੀ ਹੈ ਕਿ ਜੇ ਤੁਸੀਂ ਕਲਾਇੰਟ ਰੱਖਿਆ, ਕਲਾਇੰਟ ਨੇ ਤੁਹਾਨੂੰ ਹਾਇਰ ਕੀਤਾ, ਤਾਂ ਤੁਸੀਂ ਉਹਦਾ ਰਿਜ਼ਲਟ ਆਉਣ ਤੋਂ ਬਾਅਦ ਵੀ 6 ਸਾਲ ਤੱਕ ਉਹਦੇ ਸਾਰੇ ਡਾਕੂਮੈਂਟ ਸਾਂਭ ਕੇ ਰੱਖਣੇ ਕਿ ਜੇ ਅਸੀਂ ਕਿਤੇ ਦੁਬਾਰੇ ਮੰਗਿਆ ਤਾਂ ਸਾਡਾ ਵੀ ਆਡਿਟ ਹੁੰਦਾ ਤਾਂ ਉਹਦੇ 'ਚ ਉਹ ਹੋਣਾ ਚਾਹੀਦਾ। ਔਰ ਹਰ ਇੱਕ ਚੀਜ਼ ਵਿਦ ਰਿਟੇਨਰ ਐਗਰੀਮੈਂਟ ਹੋਣੀ ਆ ਕਿ ਦੋਨੇ ਐਗਰੀਮੈਂਟ ਦੇ ਵਿੱਚ ਬੌਂਡ ਆ, ਕਲਾਇੰਟ ਵੀ, ਕਿਉਂਕਿ ਕਲਾਇੰਟ ਸੇਫਟੀ ਪਹਿਲਾਂ ਕੈਨੇਡਾ ਲਈ ਕਿ ਕਲਾਇੰਟ ਨਾ ਸਫਰ ਹੋਵੇ। ਤਾਂ ਹੁਣ ਕੀ ਹੁੰਦਾ, ਮੰਨ ਲਓ ਤੁਹਾਡੇ ਨਾਲ ਕੋਈ ਫਰਾਡ ਹੋ ਗਿਆ, ਤੁਸੀਂ ਉੱਥੇ ਕੰਪਲੇਂਟ ਪਾ ਸਕਦੇ ਹੋ, ਕਿਉਂਕਿ ਅਸੀਂ ਫਰਾਡ ਹੋਣ 'ਤੇ ਹੀ ਲੱਭਦੇ ਹਾਂ ਵੀ ਹੁਣ ਕੀ ਕਰਨਾ। ਉੱਥੇ ਪ੍ਰੋਸੈਸ ਆ ਜਾਂਦਾ ਕਿ ਇੱਥੇ ਤੁਸੀਂ ਕੰਪਲੇਂਟ ਪਾ ਦਿਓ। ਤਾਂ ਕੰਪਲੇਂਟ ਪਾਓਗੇ ਕਿਹਦੀ? ਕੌਣ ਬੰਦਾ ਸੀ ਜਿਹੜਾ ਉੱਥੇ ਜਦੋਂ ਪਹਿਲਾਂ ਐਪਲੀਕੇਸ਼ਨ ਤੁਸੀਂ ਇੱਕ ਸਿੰਪਲ ਕੰਪਲੇਂਟ ਪਾ ਦਿੰਦੇ ਕਿ ਜੀ ਮੇਰਾ ਆਹ ਬੰਦਾ, ਉਹ ਕਹਿੰਦੇ ਜੀ ਉਹ ਸਾਡਾ ਆਥੋਰਾਈਜ਼ਡ ਰੈਪ ਹੀ ਨਹੀਂ ਹੈਗਾ, ਅਤੇ ਦੈਟ ਮੀਨ ਉਹ ਕਹਿੰਦੇ ਕਿ ਤੁਹਾਡੇ ਇਹਦਾ ਅਕਾਊਂਟ ਵੀ ਤੁਹਾਡੇ ਨਾਮ 'ਤੇ ਬਣਿਆ ਹੋਇਆ, ਤੁਹਾਡੀ ਈਮੇਲ ID ਆ। ਬੱਚੇ ਨੂੰ ਸਾਰਾ ਕੁਝ ਉਦੋਂ ਪਤਾ ਲੱਗਦਾ। ਚਲੋ ਉਹ ਤੋਂ ਬਾਅਦ ਏਜੰਟ 'ਚ ਮੰਨ ਵੀ ਗਿਆ ਕਿ ਵੀ ਹਾਂ ਮੈਂ ਨਹੀਂ ਲਾਈ, ਤੇਰੇ ਨਾਮ 'ਤੇ ਫਾਈਲ ਬਣੀ ਸੀ ਜਾਂ ਇੱਦਾਂ ਹੀ ਹੁੰਦਾ ਹੈ ਨਾ।
ਫਿਰ ਡਾਕੂਮੈਂਟ ਕਿੱਦਾਂ ਲੈਣੇ ਆ ਤੋਂ ਫਿਰ ਸਾਰੀਆਂ ਚੀਜ਼ਾਂ ਲਈ ਤੁਸੀਂ ਰਿਸਪੌਂਸੀਬਲ ਹੋ। ਸੋ ਬੈਟਰ ਹੈ ਕਿ ਕੁਐਸਚਨ ਪਹਿਲਾਂ ਪੁੱਛ ਲਿਆ ਕਰੋ ਸਾਰਾ ਕੁਝ ਸ਼ੁਰੂ ਹੋਣ ਤੋਂ ਪਹਿਲਾਂ, ਨਾ ਕਿ ਬਾਅਦ ਦੇ ਵਿੱਚ, ਕਿ ਪ੍ਰੋਬਲਮ ਨਾ ਆਵੇ। ਬਿਲਕੁਲ। ਜਿੱਦਾਂ ਤੁਸੀਂ RCIC ਮੈਂਬਰ ਹੈਗੇ ਹੋ, ਤੁਹਾਡਾ ਅਦਾਰਾ ਮੈਂਬਰਸ਼ਿਪ ਦੇ ਨਾਲ ਜੁੜਿਆ ਹੋਇਆ, ਤੇ ਫਿਰ ਕੀ ਇਹਦੇ ਚਾਰਜਸ ਵੱਧ ਜਾਂਦੇ ਆ ਜਾਂ ਫਿਰ ਚਾਰਜਸ ਸੇਮ ਹੀ ਹੁੰਦੇ ਆ? ਚਾਰਜਸ ਸੇਮ ਹੀ ਹੁੰਦੇ ਨੇ, ਕਿਉਂਕਿ ਫਿਰ ਤੁਹਾਡਾ ਕੰਮ ਤਾਂ ਵਧੀਆ ਨਾ। ਮੈਂ ਤਾਂ ਕਈ ਵਾਰ ਇਹ ਵੀ ਫੇਸ ਕੀਤਾ ਕਿ ਚਾਰਜਸ ਉਧਰ ਜ਼ਿਆਦਾ ਹੁੰਦੇ ਨੇ, ਸਾਡੇ ਘੱਟ ਹੀ ਹੁੰਦੇ ਨੇ। ਔਰ ਸਾਡੇ ਤਾਂ ਕਈ ਵਾਰ ਇਦਾਂ ਵੀ ਹੈ ਕਿ ਸਾਨੂੰ ਉਹ ਕਹਿੰਦੇ ਨੇ ਕਿ ਜੇ ਤੁਸੀਂ ਕੁਝ ਕਰਨਾ ਫ੍ਰੀ ਦੇ ਵਿੱਚ ਤਾਂ ਤੁਸੀਂ ਉਹ ਵੀ ਉੱਥੇ ਮੈਂਸ਼ਨ ਕਰਨਾ ਪੈਂਦਾ ਕਿ ਮੈਂ ਤੋਂ ਵਿਦਆਊਟ ਫੀਸ ਲੈ ਕੇ ਕੰਮ ਕੀਤਾ। ਮੈਨੂੰ ਇਹ ਵੀ ਦੱਸਣਾ ਪੈਣਾ, ਅਦਰਵਾਈਜ਼ ਮੈਂ ਕੁਝ ਚੀਜ਼ ਉਹ ਤੋਂ ਬਾਹਰ ਹੋ ਕੇ ਨਹੀਂ ਕਰ ਸਕਦਾ। ਦੈਟ ਮੀਨਸ ਕਿ ਮੇਰੇ ਸਿਰ ਤੇ ਡੰਡਾ ਇੱਕ ਕਿ ਜੇ ਮੈਂ ਕੁਝ ਗਲਤ ਕੀਤਾ ਤਾਂ ਮੇਰਾ ਲਾਇਸੈਂਸ ਜਾਊਗਾ, ਤੇ ਜਿਹੜੇ ਬੰਦੇ ਦਾ ਕੁਝ ਹੈ ਹੀ ਨਹੀਂ ਉਹ ਕਹਿੰਦਾ ਮੈਂ ਜੋ ਮਰਜ਼ੀ ਕਰਾਂ। ਇਸੇ ਲਈ ਫਰਾਡ, ਸਕੈਮ, ਸਾਰਾ ਕੁਝ ਉਹ ਨੈਕਸਟ ਸਕੇਲ ਤੇ ਚਲਾ ਗਿਆ ਹੁਣ, ਕਿਉਂਕਿ ਕਿਸੇ ਨੂੰ ਡਰ ਹੀ ਨਹੀਂ। ਤੇ ਮੰਨ ਲਓ ਤੁਹਾਡਾ ਅਦਾਰਾ ਬ੍ਰੌਡਕਾਸਟਿੰਗ ਮਿਨਿਸਟਰੀ ਨਾਲ ਜੁੜਿਆ ਹੋਇਆ ਹੈ ਨਾ, ਤੁਸੀਂ ਉਹਨਾਂ ਨੂੰ ਬਾਈਪਾਸ ਨਹੀਂ ਕਰ ਸਕਦੇ। ਜੇ ਕੱਲ੍ਹ ਨੂੰ ਕੁਝ ਗਲਤ ਕਰੋਗੇ ਤੁਹਾਡੇ ਸਿਰ ਤੇ ਡੰਡਾ ਹੈਗਾ ਨਾ ਕਿ ਤੁਸੀਂ ਰਿਸਪੌਂਸੀਬਲ ਹੋ। ਉੱਦਾਂ ਹੀ ਜਵਾਬਦੇਹੀ ਤੁਹਾਡੀ ਮੇਰੀ ਆ ਕਿ ਜੀ ਮੈਂ ਇੱਕ ਬੋਡੀ ਦੇ ਵਿੱਚ ਹੈਗਾ ਤੇ ਮੰਨ ਲਓ ਮੇਰੀਆਂ ਕੋਈ 2-4 ਕੰਪਲੇਂਟਾਂ ਹੋ ਗਈਆਂ ਤਾਂ ਮੇਰਾ ਲਾਇਸੈਂਸ ਰੀਵੋਕ ਤੇ ਆ, ਮੇਰਾ ਲਾਇਸੈਂਸ ਸਟੇਕ ਤੇ ਆ ਹਮੇਸ਼ਾ ਹਰ ਟਾਈਮ। ਤਾਂ ਮੈਂ ਕੰਸਲਟ ਕਰਨ ਲੱਗੀ ਵੀ ਸੋਚ ਕੇ ਕਹਿਣਾ ਕਿ ਵੀ ਮੈਂ ਇਹਨੂੰ ਕੀ ਸਲਾਹ ਦੇਣ ਲੱਗਾ, ਕਿਉਂਕਿ ਜੋ ਮੈਂ ਸਲਾਹ ਜਿਹੜੀ ਚੀਜ਼ ਲਈ ਦੇ ਰਿਹਾ ਮੈਂ ਰਿਟੇਨਰ ਐਗਰੀਮੈਂਟ 'ਚ ਲਿਖ ਕੇ ਦੇਣੀ ਹੈ ਕਿ ਤੂੰ ਮੇਰੇ ਕੋਲ ਇਸ ਕੰਮ ਲਈ ਆਏ ਹੋ ਤੇ ਤੁਸੀਂ ਇਹਦੇ ਵਿੱਚ ਲਈ ਆਹ ਚੀਜ਼ਾਂ ਮੈਨੂੰ ਪੇ ਕਰ ਰਹੇ ਹੋ, ਤੇ ਇਸ ਮੀਡੀਅਮ ਰਾਹੀਂ ਪੇ ਕਰ ਰਹੇ ਹੋ ਮੈਨੂੰ। ਯਾਨੀ ਕੈਜੂਅਲੀ ਤੁਸੀਂ ਚੱਲ ਹੀ ਨਹੀਂ ਸਕਦੇ ਵੀ ਇਹ ਨਹੀਂ ਹੈ ਤਾਂ ਉਹ ਨਹੀਂ ਹੈ, ਤੁਹਾਨੂੰ ਵੀ ਪ੍ਰੋਪਰ, ਕਿਉਂਕਿ ਉਹਦੇ ਨਾਲ ਤੁਹਾਡਾ ਰਿਕਾਰਡ ਨਾਲ ਜੁੜੇਗਾ। ਬਿਲਕੁਲ ਕਿਉਂਕਿ ਇੱਕ ਨਾ ਨਾਰਮਲੀ ਟਰਮ ਹੁੰਦੇ ਕੰਟੀਜੈਂਸੀ ਬਿਲਿੰਗ, ਜਿਹਨੂੰ ਅਸੀਂ ਪੰਜਾਬੀ ਸਾਫ਼ ਤੌਰ ਕਹਿੰਦੇ ਕਿ ਵੀਜ਼ੇ ਤੋਂ ਬਾਅਦ ਪੈਸੇ ਅਸੀਂ ਲੀਗਲੀ ਕਰ ਹੀ ਨਹੀਂ ਸਕਦੇ। ਮੈਂ ਸਵਾਲ ਇਹੀ ਤੋਂ ਪੁੱਛਣਾ ਚਾਹ ਰਿਹਾ ਸੀ ਤੁਹਾਨੂੰ ਕਿ ਹੁਣ ਰਿਵਾਜ ਚੱਲ ਪਿਆ, ਹਰ ਕੋਈ ਕਹਿ ਰਿਹਾ ਕਿ ਆਓ ਜੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦਿਓ। ਇਹ ਕੀ ਪੋਸੀਬਲ ਹੈ ਚੀਜ਼ਾਂ, ਜਾਂ ਉਹ ਫਿਰ ਖੁਦ ਆਪਣੇ ਕੋਲੋਂ ਪੈਸੇ ਲਾਉਂਦੇ ਆ? ਇਹ ਤਾਂ ਨਹੀਂ ਹੋ ਸਕਦਾ। ਆਪਣੀ ਡਿਸਕ੍ਰਿਪਸ਼ਨ ਹੈ ਕਿ ਤੁਸੀਂ ਕਰਕੇ ਦੇਣਾ ਚਾਹੁੰਦੇ ਹੋ, ਲੋਕ ਭਲਾਈ ਕਰ ਸਕਦੇ ਹੋ ਤਾਂ ਕਰ ਲਓ, ਲੀਗਲੀ ਉਹਦਾ ਕੋਈ ਵੇ ਆਊਟ ਨਹੀਂ ਹੈ। ਤਾਂ ਮੈਂ ਤੁਹਾਨੂੰ ਸਿੰਪਲ ਦੱਸਦਾ ਕਿ RCIC ਮੈਂਬਰ ਨੂੰ ਕੰਟੀਜੈਂਸੀ ਬਿਲਿੰਗ ਅਲਾਉਡ ਹੀ ਨਹੀਂ, ਕਿ ਤੁਸੀਂ ਪਹਿਲਾਂ ਕੰਮ ਕਰ ਦਿਓ ਤੇ ਤੁਸੀਂ ਆਪਣੀ ਪ੍ਰੋਫੈਸ਼ਨਲ ਫੀਸ ਬਾਅਦ ਚ ਲਓਗੇ। ਦੈਟ ਮੀਨਸ ਕਿ ਰਿਜ਼ਲਟ ਓਰੀਐਂਟਡ, ਕਿਉਂਕਿ ਉਹ ਕਹਿੰਦੇ ਆ ਕਿ ਰਿਜ਼ਲਟ ਦੀ ਗਰੰਟੀ ਤਾਂ ਤੁਸੀਂ ਕਿਸੇ ਨੂੰ ਵੀ ਨਹੀਂ ਦੇ ਸਕਦੇ। ਰੀਜ਼ਨ ਕਿ ਉਹਨਾਂ ਨੂੰ ਪਤਾ ਕਿ ਰਿਜ਼ਲਟ ਦੀ ਗਰੰਟੀ ਸਿਰਫ ਇੱਕ ਕੇਸ ਆਫੀਸਰ ਲੈ ਸਕਦਾ, ਵੀ ਹਾਂ ਉਹਨੂੰ ਜੋ ਡਾਕੂਮੈਂਟ ਹੋਊਗਾ ਉਹਦੇ ਬੇਸਿਸ ਤੇ ਆ। ਦੈਟ ਮੀਨਸ ਕਿ ਸਾਡੀ ਪ੍ਰੋਬਲਮ ਇੱਥੇ ਹੈ ਕਿ ਅਸੀਂ ਸੁਣਨਾ ਹੀ ਹਾਂ ਚਾਹੁੰਦੇ ਹਾਂ, ਨਾ ਤਾਂ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਤੇ ਜਦੋਂ ਹਾਂ ਸੁਣਨ ਗਏ ਆ ਤੇ ਉਹਨੂੰ ਪਤਾ ਕਿ ਉਹ ਮੈਥੋਂ ਹਾਂ ਸੁਣਨ ਆਇਆ, ਮੈਨੂੰ ਪਤਾ, ਤੇ ਫਿਰ ਮੈਂ ਤਾਂ ਨਹੀਂ। ਇਹ ਬਿਲਕੁਲ ਇਹ ਸੱਚਾਈ ਹੈ ਭਾਜੀ, ਇਹ ਤੁਸੀਂ ਸਹੀ ਗੱਲ ਕਿਹਾ। ਕਈ ਪਰਿਵਾਰਾਂ ਦੇ ਕੋਲ ਚਲੋ ਪੈਸੇ ਪਏ ਆ, ਕਈਆਂ ਦੇ ਕੋਲ ਨਹੀਂ ਵੀ ਹੈਗੇ। ਉਹਨਾਂ ਨੂੰ ਪਤਾ ਕਿ 20-30 ਲੱਖ ਦਾ ਖਰਚਾ ਆਏਗਾ, ਬਿਨਾਂ ਕਿਸੇ ਗੱਲ ਕੀਤੇ ਪਹਿਲਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ, ਚਲੋ ਆਪਾਂ ਉਹ ਵੇ ਨਹੀਂ ਡਿਸਕਸ ਕਰਦੇ, ਪੈਸੇ ਇਕੱਠੇ ਕਰ ਲੈਂਦੇ ਆ ਪਰਿਵਾਰ। ਤੁਹਾਡੇ ਸਪੋਜ਼ ਕਰੋ ਤੁਹਾਡੇ ਕੋਲ ਚਲਾ ਗਿਆ, ਤੁਸੀਂ ਉਹਦੀ ਐਲੀਜੀਬਿਲਿਟੀ ਚੈੱਕ ਕੀਤੀ, ਤੁਸੀਂ ਉਹਨਾਂ ਨੂੰ ਕਿਹਾ ਕਿ ਐਲੀਜੀਬਲ ਨਹੀਂ ਹੈਗੇ, ਤੁਸੀਂ ਧੋਖਾ ਖਾਓਗੇ, ਨਾ ਕਰੋ। ਹੋ ਹੀ ਨਹੀਂ ਸਕਦਾ ਕਿ ਉਹ ਬੰਦਾ ਕਿਸੇ ਦੂਸਰੇ ਦੇ ਕੋਲ ਨਾ ਜਾਵੇ। ਉਹਦੀ ਤਲਾਸ਼ ਉਦੋਂ ਤੱਕ ਖਤਮ ਨਹੀਂ ਹੁੰਦੀ ਜਦੋਂ ਤੱਕ ਸਾਹਮਣੇ ਵਾਲਾ ਨਹੀਂ ਕਹਿ ਦੇਣ ਕਿ ਹਾਂਜੀ ਤੁਹਾਡੇ ਤਾਂ ਬਣਿਆ ਪਿਆ ਕੰਮ, ਤੁਸੀਂ ਫਾਈਲ ਲਾਓ ਤੇ ਤੁਸੀਂ ਤਾਂ ਗਏ। ਇਹੀ ਡਿਫਰੈਂਸ, ਮਤਲਬ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਅੱਜ ਲੋਕਾਂ ਨੂੰ, ਜੇਕਰ ਧੋਖੇ ਤੋਂ ਬਚਣਾ। ਜੇ ਨਹੀਂ ਸੋਚਣਗੇ ਤਾਂ ਫਿਰ ਉਹ ਲਾਸ ਉਦਾਂ ਹੀ ਚੱਲਦਾ ਰਹਿਣਾ ਨਾ, ਉਹ ਕੰਟੀਨਿਊਸਲੀ ਇੱਕ ਚੇਨ ਜਿਹੜੀ ਚੱਲੀ ਜਾਂਦੀ ਹੈ ਉਹ ਚੱਲੀ ਜਾਣੀ ਆ। ਰੀਜ਼ਨ ਮੀਨਿੰਗ ਕਿ ਕਿਉਂਕਿ ਮੈਨੂੰ ਪਤਾ ਕਿ ਜੇ ਉਹ ਨਹੀਂ ਹੋ ਸਕਦਾ, ਨਾਰਮਲੀ ਸਾਡੇ ਕੋਲੇ ਜੇ ਕੋਈ ਮੰਨ ਲਓ ਸਪੋਜ਼ ਤੁਸੀਂ ਆ ਕਿ ਮੇਰੇ 2 ਚੋਂ 5.5 ਤਾਂ ਮੈਂ ਕਹਿੰਦਾ ਕਿ ਮਿੱਤਰਾ ਤੈਨੂੰ ਫਾਈਲ ਲਾਉਣ ਤੋਂ ਕੋਈ ਜੱਗ ਜਹਾਨ ਦਾ ਬੰਦਾ ਨਹੀਂ ਰੋਕਦਾ, ਮੈਂ ਰੋਕ ਰਿਹਾ, ਫਾਈਲ ਲਾ ਦੇ, ਬਟ ਉਹਦੇ ਰਿਜ਼ਲਟ ਸੋਚ ਲਾ ਬਸ ਤੂੰ ਇੱਕ ਵਾਰੀ ਕਿ ਰਿਜ਼ਲਟ ਕੀ ਹੋਊਗਾ। ਇੱਕ ਸਿੰਪਲ ਲੇਮਨ ਲੈਂਗੁਏਜ ਆਪਾਂ ਗੱਲ ਕਰਦੇ ਹਾਂ ਹੁਣ, ਕਿ ਜਿਹੜੀ ਕੰਟਰੀ 'ਚ ਤੁਸੀਂ ਜਾਣਾ ਉੱਥੇ ਲੈਂਗੁਏਜ ਇੰਗਲਿਸ਼ ਆ ਜੀ, ਹਾਲਾਂਕਿ ਉੱਥੇ ਫਰੈਂਚ ਵੀ ਹੈ, ਬਟ ਇੰਗਲਿਸ਼ ਆਪਾਂ ਮੰਨ ਲੈਂਦੇ ਕਿ ਇੰਗਲਿਸ਼ ਹੈਗੀ ਆ, ਤੇ ਤੁਸੀਂ ਉਸੇ ਨੂੰ ਬਾਈਪਾਸ ਕਰਨਾ ਚਾਹੁੰਦੇ ਹੋ। ਦੈਟ ਮੀਨਸ ਹੁਣ ਤੁਸੀਂ ਤੁਹਾਡਾ ਚੈਨਲ ਪੰਜਾਬੀ ਚੈਨਲ ਹੈ ਨਾ, ਤੁਸੀਂ ਜਾ ਕੇ ਤਾਮਿਲਨਾਡੂ ਆਫਿਸ ਖੋਲੋਗੇ ਤਾਂ ਤੁਹਾਡਾ ਕੀ ਰਿਜ਼ਲਟਸ ਹੋਣਗੇ? ਤਾਂ ਜਾਂ ਤਾਂ ਤੁਸੀਂ ਜਾ ਕੇ ਉੱਥੇ ਤਮਿਲ ਸਿੱਖੋਗੇ, ਸਿੱਖਣੀ ਪਏਗੀ, ਜਾਂ ਸਾਡੇ ਕਸਟਮਰ ਹੀ ਪੰਜਾਬੀ ਹੋਣਗੇ, ਬਟ ਤੁਸੀਂ ਜਾ ਰਹੇ ਹੋ ਤਾਂ ਤੁਸੀਂ ਸਿੱਖੋਗੇ ਨਾ। ਦੈਟ ਐਟਲੀਸਟ ਕਿੰਨੀ ਸਿੱਖੋਗੇ? ਜਿੰਨੀ ਕਿ ਤੁਸੀਂ ਆਪਣੀ ਗੱਲ ਉਹਨਾਂ ਨੂੰ ਡਿਲੀਵਰ ਕਰ ਸਕੋ। ਤੇ ਜੇ ਤੁਸੀਂ ਜਾਣਾ ਕੈਨੇਡਾ, ਉੱਥੇ ਲੈਂਗੁਏਜ ਇੰਗਲਿਸ਼ ਆ ਹੈ ਨਾ, ਐਟਲੀਸਟ ਉਹ ਤਾਂ ਹੀ ਤਾਂ ਕਹਿੰਦੇ ਨੇ ਕਿ ਲਿਖਣੀ ਪੜ੍ਹਨੀ ਬੋਲਣੀ ਬੇਸਿਕ ਲੈਵਲ ਦੀ ਆਉਂਦੀ ਹੋਵੇ, ਤਾਂ ਉਹਨਾਂ ਦਾ ਪੂਰਾ ਕਰਕੇ ਜਾਓ ਨਾ। ਅੱਛਾ, ਦੂਸਰੀ ਚੀਜ਼ ਕੀ ਹੈ ਕਿ ਜਿੰਨਾ ਸਕੈਮ, ਜਿੰਨਾ ਫਰਾਡ ਜੋ ਵੀ ਹੁੰਦਾ ਹੈ ਨਾ, ਆਪਾਂ ਡਿਟੇਲ ਬਹੁਤ ਵੱਡੀ ਆ ਉਹਦੀ, ਤੇ ਜੇ ਉਹਨੂੰ ਲਮਸਮ ਕਰ ਦਈਏ ਤਾਂ ਉਹਦੀ ਜੜ ਆਇਲਸ ਹੈ। ਆਇਲਸ ਨਹੀਂ ਹੁੰਦੀ ਮੁੰਡੇ ਤੋਂ, ਕੁੜੀ ਲੱਭ ਲਓ, ਉੱਥੇ ਸਕੈਮ ਹੋਣ ਲੱਗ ਗਿਆ ਹੁਣ, ਠੀਕ ਹੈ ਜੀ। ਉਹਦੇ ਰਿਜ਼ਲਟ ਕਿੱਡੇ ਵਾਸਟ ਚਲੇ ਗਏ ਹੁਣ ਸਾਰਿਆਂ ਨੂੰ ਪਤਾ ਹੈ ਨਾ। ਆਇਲਸ ਨਹੀਂ ਹੁੰਦੀ, ਚਲੋ ਜੀ 5.5 ਦੇ ਫਾਈਲ ਲਾ ਲਓ। ਆਇਲਸ ਨਹੀਂ ਹੁੰਦੀ, ਚਲੋ ਜੀ ਸਿੱਧਾ ਵਰਕ ਪਰਮਿਟ ਅਪਲਾਈ ਕਰ ਲਓ। ਆਇਲਸ ਨਹੀਂ ਹੁੰਦੀ ਜੀ, ਆਹ ਕਰ ਲਓ। ਤਾਂ ਹੁਣ ਆਇਲਸ ਪਿੱਛੇ ਹੀ ਅਸੀਂ ਸਾਰਾ ਕੁਝ ਕਰਦੇ ਹਾਂ, ਆਇਲਸ ਕਰਕੇ ਹੀ ਅਸੀਂ ਵੱਧ ਫੀਸਾਂ ਭਰਨ ਨੂੰ ਵੀ ਤਿਆਰ ਹਾਂ।
ਸੋ ਬੈਟਰ ਆ ਕਿ ਕੋਈ ਵੱਡੀ ਚੀਜ਼ ਥੋੜੀ ਆ ਕਿ ਇੱਕ ਵਾਰੀ ਨਹੀਂ ਆਇਆ, 2 ਵਾਰੀ ਨਹੀਂ, 3 ਵਾਰੀ, 4 ਵਾਰੀ, 5 ਵਾਰੀ, ਅੱਜ ਜਾਂ ਤਾਂ ਫਿਰ ਸਿੱਖ ਲਓ ਉਹਨੂੰ। ਭਾਜੀ ਇਹ ਗੱਲ ਸਟੱਡੀ ਵੀਜ਼ਾ ਤੱਕ ਆਪਾਂ ਕਰ ਰਹੇ ਸੀ ਹੁਣ, ਪਰ ਬਹੁਤ ਸਾਰੇ ਲੋਕ ਇਦਾਂ ਦੇ ਨੇ ਕਿ ਜਿਹੜੇ PR ਦੇਖਦੇ ਨੇ, PR ਭਾਲਦੇ ਨੇ। ਪਹਿਲਾਂ ਤਾਂ ਦਰਸ਼ਕਾਂ ਨੂੰ ਦੱਸ ਦਿੰਦੇ ਆ ਕਿ ਭਾਜੀ ਹੋਰਾਂ ਦਾ ਜਿਹੜਾ ਐਡਰੈਸ ਤੇ ਫੋਨ ਨੰਬਰ ਤੁਸੀਂ ਹੇਠਾਂ ਸਕਰੀਨ ਤੇ ਦੇਖ ਰਹੇ ਹੋ, ਤੇ ਕਾਲ ਕਰ ਸਕਦੇ ਤੁਹਾਨੂੰ ਕਿਸੇ ਵੀ ਵੇਲੇ ਜਾਂ ਕੋਈ ਟਾਈਮ? ਨਹੀਂ ਬਿਲਕੁਲ ਕਰ ਸਕਦੇ ਆ। ਰਾਦਰ ਸਾਡਾ 6 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਅਸੀਂ 1-to-1 ਮੀਟ ਵੀ ਰੱਖੀ ਹੋਈ ਆ, ਇਸ ਸਕਰੋਲ ਤੇ ਚੱਲਦੀ ਪਈ ਆ। ਤਾਂ ਉਹ ਆਪਣਾ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਨ ਤੇ ਆ ਜਾਣ। ਮੈਂ ਅਪਾਇੰਟਮੈਂਟ ਬੁੱਕ ਕਰਨ ਵਾਲਾ ਵੀ ਥੋੜਾ ਕਲੀਅਰ ਕਰ ਦਿੰਦਾ ਕਿ ਆਪਣੇ ਨਾ ਇੱਥੇ ਟ੍ਰੈਂਡ ਨਹੀਂ ਹੈਗਾ ਕਿ ਅਪਾਇੰਟਮੈਂਟ ਬੁੱਕ ਕਰਕੇ ਆਉਣਾ। ਉਹਦਾ ਰੀਜ਼ਨ ਹੈ ਕਿ ਮੈਂ ਉੱਥੇ ਸਾਰਿਆਂ ਨੂੰ ਨਾ ਹਾਂ ਕਰਨ ਲਈ ਨਹੀਂ ਬੈਠਾ। ਬਿਲਕੁਲ, ਹਾਂ। ਰੀਜ਼ਨ ਇਹ ਹੈ ਕਿਉਂਕਿ ਜੇ ਤੁਸੀਂ ਮੇਰੇ ਕੋਲ ਆਏ ਨਾ ਤਾਂ ਮੈਨੂੰ ਤੁਹਾਨੂੰ ਅਸੈਸ ਕਰਨ ਲਈ 15 ਤੋਂ 20 ਮਿੰਟ ਲੱਗਣੇ ਆ ਜਾਂ 30 ਮਿੰਟ ਲੱਗਣੇ ਨੇ। ਬਿਲਕੁਲ। ਸੋ ਮੈਨੂੰ ਕੋਈ ਮਤਲਬ ਨਹੀਂ ਕਿ ਤਾਂ ਮੈਂ ਲਿਖਿਆ ਉੱਥੇ ਸਪੈਸ਼ਲ ਮੈਂਸ਼ਨ ਵੀ ਹੈ ਕਿ ਅਪਾਇੰਟਮੈਂਟ ਕਾਲ ਕਰਕੇ ਅਪਾਇੰਟਮੈਂਟ ਕਰਕੇ ਰਜਿਸਟਰ ਕਰਕੇ ਫਿਰ ਆਇਓ। ਸੋ ਜ਼ਰੂਰ ਜਾਣਾ ਚਾਹੀਦਾ ਜੀ ਜੇਕਰ ਤੁਸੀਂ ਚੰਗੀ ਜਾਣਕਾਰੀ ਲੈਣੀ ਹੈ, ਕਿਉਂਕਿ ਹੁਣ ਤੱਕ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ ਬਹੁਤ ਸਾਰੀਆਂ ਗੱਲਾਂ ਇਹ ਸੀ ਸਾਨੂੰ ਵੀ ਨਹੀਂ ਪਤਾ ਸੀ ਤੇ ਦਰਸ਼ਕਾਂ ਨੂੰ ਵੀ ਸ਼ਾਇਦ ਨਹੀਂ ਪਤਾ ਸੀ। ਭਾਜੀ PR ਤੇ ਥੋੜਾ ਸ਼ਿਫਟ ਕਰਦੇ ਆਪਾਂ ਮੋਡ ਹੁਣ। PR ਦਾ ਕਿਸ ਤਰੀਕੇ ਦੇ ਨਾਲ ਲਈ ਜਾ ਸਕਦੀ ਆ, ਸੌਖੇ ਤਰੀਕੇ ਦੇ ਨਾਲ? ਕਿਉਂਕਿ ਅਸੀਂ ਦੇਖਦੇ ਆ ਨਾ ਕਿ ਸਾਡੇ ਪੰਜਾਬ ਦੇ ਵਿੱਚ ਇੱਛਾ ਹਰ ਇੱਕ ਬੰਦੇ ਦੀ ਆ ਕਿ ਮੈਂ ਕੈਨੇਡਾ ਜਾਣਾ। ਈਵਨ ਜੇ ਅਸੀਂ ਸਿੱਧੇ ਸਾਦੇ ਜੱਟ ਦੀ ਗੱਲ ਵੀ ਕਰ ਲਈਏ ਤਾਂ ਉਹ ਜੇ ਉਹਨੂੰ ਵੀ ਕੋਈ ਕਹੇਗਾ ਕਿ ਤੂੰ ਜਾ ਸਕਦਾ ਤਾਂ ਉਹ ਵੀ ਕਹੇਗਾ ਕਿ ਹਾਂ ਜੇ ਮੈਂ ਜਾ ਸਕਦਾ ਤਾਂ ਮੈਂ ਟਰਾਈ ਕਰਾਂਗਾ। ਬਿਲਕੁਲ। ਕਿਸ ਤਰੀਕੇ ਦਾ ਥੋੜਾ ਇਹ ਵੇ ਸਮਝਾਓ ਲੋਕਾਂ ਨੂੰ, ਕਿਹੜੇ ਲੋਕ ਜਾ ਸਕਦੇ ਨੇ, ਕਿਹੜੇ ਨਹੀਂ ਜਾ ਸਕਦੇ, ਧੋਖਾ ਨਾ ਖਾਣ, ਲੋਕ ਸਮਝ ਜਾਣ। ਓਕੇ, PR ਦਾ ਇੱਕ ਮਤਲਬ ਬਹੁਤ ਵੱਡਾ ਵਾਈਡ ਸਕੋਪ ਆਦਾ। PR ਪਰਮਾਨੈਂਟ ਰੈਜ਼ੀਡੈਂਸੀ ਇੱਥੋਂ ਜਾ ਸਕਦੇ ਆ। ਈਵਨ ਮੈਂ ਹੁਣ ਥੋੜੀ ਕਾਸਟ ਦੱਸਦਾ ਤੇ ਉਹ ਵੀ ਕਈ ਵਾਰੀ ਹੈਰਾਨੀ ਹੋ ਜਾਊਗੀ ਕਿ ਈਵਨ ਜੇ ਤੁਸੀਂ ਸਾਰਾ ਐਲੀਜੀਬਲ ਹੋ ਨਾ ਤਾਂ ਤੁਹਾਨੂੰ ਹਾਰਡਲੀ 1.5 ਤੋਂ 2 ਲੱਖ 'ਚ ਵੀ ਤੁਸੀਂ ਇੱਥੋਂ PR ਜਾ ਸਕਦੇ। ਜਦ ਜੇ ਮੈਂ ਆਪਦੀ ਗੱਲ ਦੱਸਾਂ ਤਾਂ ਮੈਂ ਸਿਰਫ 1.5 ਲੱਖ ਰੁਪਇਆ ਲਾ ਕੇ PR ਗਿਆ ਸੀ ਇੱਥੋਂ ਜੀ। ਠੀਕ ਹੈ ਜੀ। ਤਾਂ ਉਹ ਇੱਕ ਕਾਸਟ ਆ। ਹੁਣ ਸਾਡੇ ਜ਼ਰੂਰੀ ਨਹੀਂ ਕਿ PR ਚੱਲੇ, ਪਰ ਜਦੋਂ ਜਾਂਦੇ ਨੇ ਕਿਸੇ ਦਫ਼ਤਰ ਜਾਂਦੇ ਨੇ ਤੇ ਉਹਨਾਂ ਨੂੰ ਤਾਂ ਕਹਿੰਦੇ ਤੁਹਾਡਾ 20 ਲੱਖ ਲੱਗੂਗਾ ਜੀ, 25 ਲੱਖ ਤੁਹਾਡਾ ਕੰਮ ਹੋਊਗਾ। 20 ਲੱਖ ਕਿਸੇ ਪ੍ਰੋਸੈਸ ਦਾ ਨਹੀਂ ਹੁੰਦਾ। ਉਹ 20 ਲੱਖ ਸਾਡੀ ਕਿਸੇ ਐਡਜਸਟਮੈਂਟ ਲਈ ਅਸੀਂ ਚਾਹੁੰਦੇ ਹੁੰਦੇ ਹਾਂ। ਹੁਣ ਸਪੋਜ਼ ਕਿਸੇ ਉਹ ਡਿਫਰੈਂਟ ਮੈਟਰ ਹੋ ਜਾਣਾ ਹੁਣ, ਹੈ ਨਾ, ਕਿਉਂਕਿ ਇਹਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਨੇ। ਜੇ PR ਜਾਣਾ ਬਹੁਤ ਸਿੰਪਲ ਪ੍ਰੋਸੈਸ ਨੇ, ਹਰ ਇੱਕ ਚੀਜ਼ ਕੈਨੇਡਾ ਗਵਰਨਮੈਂਟ ਦੀ ਸਾਈਟ 'ਤੇ ਪਈ ਆ। ਤਾਂ ਉਹਦਾ ਇੱਕ ਬਹੁਤ ਪ੍ਰੋਗਰਾਮ ਚੱਲਦਾ ਇਹਨਾਂ ਦਾ ਕਿ ਐਕਚੁਅਲੀ ਉਹ ਨਾ ਇੱਕ ਇੱਥੇ ਵਰਡ ਚੱਲਦਾ ਐਕਸਪ੍ਰੈਸ ਐਂਟਰੀ। ਤਾਂ ਐਕਸਪ੍ਰੈਸ ਐਂਟਰੀ ਕੀ ਆ ਕਿ ਐਕਸਪ੍ਰੈਸ ਐਂਟਰੀ ਕੋਈ ਇਮੀਗ੍ਰੇਸ਼ਨ ਪ੍ਰੋਗਰਾਮ ਨਹੀਂ ਆ, ਉਹ ਇੱਕ ਫਾਈਲਿੰਗ ਸਿਸਟਮ ਹੈ ਜਿਹੜਾ ਤੇਜ਼ ਚੱਲਦਾ। ਬਸ ਉਹ ਤਾਂ ਤੇਜ਼ ਐਕਸਪ੍ਰੈਸ ਐਂਟਰੀ ਆ। ਬਸ ਉਹ ਇੱਕ ਫਾਈਲਿੰਗ ਸਿਸਟਮ ਹੈ। ਬਟ ਐਕਚੁਅਲ ਦੇ ਵਿੱਚ ਜਿਹੜਾ ਹੈਗਾ PR ਦਾ ਸਿਸਟਮ ਹੈ ਕਿ PR ਦੇ ਵਿੱਚ ਨਾ ਬਹੁਤ ਸਾਰੇ ਫੈਕਟਰ ਇਨਵੋਲਵਡ ਨੇ, ਉਹਨਾਂ ਦੇ ਪੁਆਇੰਟ ਕੈਲਕੂਲੇਟ ਹੁੰਦੇ ਨੇ ਜੀ। ਜੇ ਤੁਹਾਡੇ ਉਹ ਪੁਆਇੰਟ ਕੈਲਕੂਲੇਟ ਹੋ ਕੇ ਜੋ ਉਹਨਾਂ ਦਾ ਸੈੱਟ ਕ੍ਰਾਈਟੇਰੀਆ ਚੱਲ ਰਿਹਾ ਜਿਹਦੇ 'ਚ ਉਹ ਡਰਾਅ ਕਰਦੇ, ਬੰਦਿਆਂ ਨੂੰ ਇਨਵਾਈਟ ਕਰਦੇ ਕਿ ਤੁਸੀਂ ਸਾਡੇ ਕੋਲੇ ਪ੍ਰੋਫਾਈਲ ਬਣਾਇਆ, ਤੁਹਾਡੇ ਇੰਨੇ ਪੁਆਇੰਟ ਬਣ ਗਏ, ਜੇ ਉਹ ਸਾਡੇ ਜਿਹੜਾ ਅਸੀਂ ਡਰਾਅ ਕੱਢ ਰਹੇ ਹਾਂ ਹੁਣ ਉਹਦੇ ਨਾਲ ਮੈਚ ਕਰਦੇ ਤਾਂ ਅਸੀਂ ਤੁਹਾਨੂੰ ਇਨਵਾਈਟ ਕਰ ਲਾਂਗੇ ਕੈਨੇਡਾ PR ਲਈ। ਤਾਂ ਹੁਣ ਉਹਦੇ 'ਚ ਕੀ ਆ ਕਿ ਤੁਹਾਡੀ ਏਜ ਦੇ ਨੰਬਰ ਮਿਲਦੇ, ਤੁਹਾਨੂੰ ਤੁਹਾਡੀ ਐਜੂਕੇਸ਼ਨ ਦੇ ਨੰਬਰ ਮਿਲਦੇ ਆ। ਬਟ ਐਜੂਕੇਸ਼ਨ ਉਹਨਾਂ ਵੱਲੋਂ ਨਾ 5 ਏਜੰਸੀਜ਼ ਡਿਫਾਈਨ ਕੀਤੀਆਂ ਹੋਈਆਂ ਨੇ, WSI, CSI, ਕੈਸਾ, ਹੈ ਨਾ, 4-5 ਡਿਫਰੈਂਟ ਨੇ। ਉਹਨਾਂ ਤੋਂ ਇਕੁਅਲੈਂਸੀ ਲੈਣੀ ਹੁੰਦੀ ਹੈ ਕਿ ਸਾਡੀ ਜਿਹੜੀ ਇੱਥੇ ਦੀ ਡਿਗਰੀ ਆ ਉੱਥੇ ਕਿਹੜੇ ਇਕੁਅਲੈਂਸ, ਮਾਸਟਰ ਡਿਗਰੀ ਆ ਜਾਂ ਉੱਥੇ ਬੈਚਲਰ ਡਿਗਰੀ ਆ। ਅਤੇ ਜਿਵੇਂ ਕਿਹਾ ਕਿ ਏਜ ਦੇ ਪੁਆਇੰਟ ਮਿਲਦੇ ਆ, ਉੱਦਾਂ ਹੀ ਐਜੂਕੇਸ਼ਨ ਦੇ ਪੁਆਇੰਟ ਮਿਲਦੇ ਆ। ਹੁਣ ਏਜ ਦੇ ਪੁਆਇੰਟ ਤਾਂ ਤੁਹਾਡੇ ਸੁੱਕੇ ਨੇ, ਜੋ ਤੁਸੀਂ ਹੈਗੇ ਉਹ ਹੈਗੇ ਹੋ, ਏਜ ਦੇ ਪੁਆਇੰਟ ਮਿਲ ਗਏ। ਬਟ ਜਿਹੜੇ ਹੈਗਾ ਤੁਹਾਡੀ ਐਜੂਕੇਸ਼ਨ 'ਚ ਡਿਫਰੈਂਸ ਹੋ ਸਕਦਾ। ਤੁਹਾਡੀ ਬੈਚਲਰ ਹੋ ਸਕਦੀ, ਮੇਰੀ ਮਾਸਟਰ ਹੋ ਸਕਦੀ, ਕਿਸੇ ਦੀ PhD ਹੋ ਸਕਦੀ, ਉੱਥੇ ਡਿਫਰੈਂਸ ਹੋਊਗਾ। ਉਹ ਜਿੰਨੀ ਜ਼ਿਆਦਾ ਉਨੇ ਜ਼ਿਆਦਾ ਪੁਆਇੰਟ, ਜਿੰਨੀ ਹਾਇਰ ਐਜੂਕੇਸ਼ਨ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਆਇਲਸ ਡਾਟਾ ਕਿ ਆਇਲਸ ਦਾ ਤੁਹਾਨੂੰ ਸਕੋਪ ਦਿੰਦਾ ਕਿ ਆਇਲਸ ਨਾ ਇੱਕ ਸਾਡੇ ਬਣਿਆ ਹੋਇਆ ਕਿ ਜੀ 877 ਲੈਣੇ ਪੈਣੇ ਆ ਅਤੇ ਫਿਰ ਹੀ ਤੁਸੀਂ ਪੱਕੇ ਹੋ ਪਾਉਣਾ। ਅਤੇ ਉੱਥੇ ਸਾਡੇ ਆਸ ਛੱਡ ਦਿੰਦੇ ਆ ਕਿ 877 ਆਉਣੇ ਨਹੀਂ, ਆਪਾਂ ਜਾਣਾ ਨਹੀਂ, ਹੈ ਨਾ। ਤਾਂ ਹੁਣ 877 ਆਇਲਸ ਦੇ ਵਿੱਚੋਂ ਕਰ ਲਓ, ਜਾਂ ਫਿਰ ਇੱਕ ਸੈਕਿੰਡ ਟੈਸਟ ਹੈਗਾ, ਉਹ ਵੀ ਘੱਟ ਸੁਣਿਆ ਸਾਡੇ ਲੋਕਾਂ ਨੇ, ਸੈਲਪਿਪ। ਕਿਹੜਾ? ਸੈਲਪਿਪ, CELPIP, ਸੈਲਪਿਪ ਟੈਸਟ ਆ, ਕੈਨੇਡੀਅਨ ਟੈਸਟ ਆ, ਔਰ ਉੱਥੇ ਮੰਨਿਆ ਜਾਂਦਾ। ਜਿਵੇਂ ਆਪਣੀ ਆਇਲਸ ਜਨਰਲ ਹੁੰਦੀ ਹੈ। ਕਿੱਥੋਂ ਕਰ ਸਕਦੇ ਆ? ਇੱਧਰ ਵੀ ਹੋ ਜਾਂਦਾ? ਇੱਥੇ ਵੀ ਹੁੰਦਾ ਜੀ। ਇੱਥੇ ਆਪਣੇ ਚੰਡੀਗੜ੍ਹ ਸੈਂਟਰ ਆ, ਉੱਥੇ ਐਗਜ਼ਾਮ ਹੁੰਦਾ ਪ੍ਰਾਈਵੇਟ, ਉੱਥੇ ਦੀ ਪੈਰਾਗਨ ਕੰਪਨੀ ਆ, ਉਹ ਟੈਸਟ ਕੰਡਕਟ ਕਰਦੀ ਆ। ਉਹਦੇ 'ਚ ਵੀ ਉਹ ਟੈਸਟ ਵੀ ਤੁਸੀਂ ਦੇ ਸਕਦੇ ਹੋ। ਥਰਡ ਆਪਸ਼ਨ ਹੈ ਕਿ ਤੁਸੀਂ ਜੇ ਨਾਲ ਫਰੈਂਚ ਵੀ ਕਰ ਸਕਦੇ ਹੋ, ਬੇਸਿਕ ਲੈਵਲ ਦੀ ਫਰੈਂਚ ਕਰ ਸਕਦੇ ਹੋ, ਉਹਦੇ ਤੁਹਾਨੂੰ ਐਡੀਸ਼ਨਲ ਪੁਆਇੰਟਸ ਮਿਲਦੇ ਨੇ। ਉਸ ਤੋਂ ਬਾਅਦ ਜੇ ਤੁਹਾਡਾ ਕੋਈ ਬਲੱਡ ਰਿਲੇਸ਼ਨ ਮਤਲਬ ਤੁਹਾਡਾ ਬ੍ਰਦਰ ਸਿਸਟਰ ਮਦਰ ਫਾਦਰ ਕੋਈ ਉੱਥੇ ਹੈਗਾ PR, ਤਾਂ ਉਹਦੇ ਪੁਆਇੰਟ ਐਕਸਟਰਾ ਮਿਲਦੇ ਨੇ ਤੁਹਾਨੂੰ। ਜਾਂ ਤੁਹਾਡੇ ਕੋਲੇ ਫਿਰ ਆ ਗਿਆ ਸਾਡੇ ਕੋਲੇ ਕਿ ਸਾਡਾ ਵਰਕ ਐਕਸਪੀਰੀਅੰਸ ਕਿੰਨਾ, ਮਿਨੀਮਮ 1 ਸਾਲ ਦਾ ਚਾਹੀਦਾ।
ਜਿੰਨੇ ਸਾਲ ਜ਼ਿਆਦਾ ਹੋ ਗਏ ਤਾਂ 3 ਸਾਲ ਤੱਕ ਤੁਹਾਨੂੰ ਮੈਕਸਿਮਮ ਨੰਬਰ ਮਿਲ ਜਾਂਦੇ ਨੇ ਉਹਦੇ, ਕਿ ਜੇ 3 ਸਾਲ ਦਾ ਐਕਸਪੀਰੀਅੰਸ ਹੈ ਤੁਹਾਨੂੰ ਮੈਕਸਿਮਮ ਨੰਬਰ ਐਲੋਕੇਟ ਹੋ ਜਾਂਦੇ ਆ। ਤਾਂ ਉਹ ਕਰਦੇ ਕਰਾਉਂਦੇ ਸਾਰਾ ਕੁਝ ਸਾਡੇ ਕੋਲ ਆ ਜਾਂਦਾ। ਈਵਨ ਜੇ ਤੁਹਾਡੇ ਕੋਲੇ ਲਾਸਟ ਆਪਸ਼ਨ ਹੁੰਦੀ ਕਿ ਜੇ ਤੁਹਾਡੇ ਕੋਲੇ ਕਿਸੇ ਪਾਸਿਓ ਪੁਆਇੰਟ ਹੋਰ ਘੱਟਦੇ ਆ ਤਾਂ ਉਹ ਕਹਿੰਦੇ ਕਿ ਜੀ ਤੇ ਤੁਹਾਡੇ ਕੋਲੇ ਕੋਈ ਕੈਨੇਡੀਅਨ ਜੌਬ ਆਫਰ ਹੈ, ਜਿਹਨੂੰ ਅਸੀਂ LMIA ਵੀ ਕਹਿੰਦੇ ਆ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੁੰਦੀ ਆ, ਕਿ ਉਹ ਇੱਕ ਵੈਲਿਡ ਜੌਬ ਆਫਰ ਕਹਿੰਦੇ ਆ ਆਪਾਂ ਉਹਨੂੰ, ਕਿ ਉਹਦੇ ਫਿਰ 50 ਪੁਆਇੰਟਸ ਮਿਲ ਜਾਂਦੇ ਆ। ਤਾਂ ਸਮਵੇਅਰ ਅਰਾਊਂਡ ਸਾਨੂੰ ਆਪਣੇ ਪੁਆਇੰਟਸ ਇਕੱਠੇ ਕਰਨੇ ਹੁੰਦੇ। ਤਾਂ ਉਹ ਇੱਕ ਬਹੁਤ ਸਿੰਪਲ ਵੇ ਆ, ਜੇ ਤੁਹਾਨੂੰ ਕਹੀਏ ਕਿ ਤੁਸੀਂ ਜਾਣਾ ਜੋ ਤੁਹਾਡੇ ਕੋਲੇ ਹੈ ਉਹਦੀ ਕੈਲਕੂਲੇਸ਼ਨ ਹੋ ਜਾਣੀ ਆ। ਸਪੋਜ਼ ਹੁਣ ਇੱਕ ਇੱਥੇ ਚੱਲ ਰਿਹਾ ਪੁਆਇੰਟ ਦਾ ਲੈਵਲ ਹੈ ਨਾ, ਤਾਂ ਤੁਸੀਂ ਇੱਥੇ ਹੋ, ਤਾਂ ਤੁਸੀਂ ਇਹਦਾ ਹੁਣ ਤੁਹਾਡੇ ਐਫਰਟਸ ਨੇ ਕਿ ਤੁਸੀਂ ਇੱਥੋਂ ਲੈ ਕੇ ਉਸ ਲੈਵਲ ਤੱਕ ਚਲੇ ਜਾਓ ਕਿ ਜਿੱਥੇ ਤੁਹਾਨੂੰ ਡਰਾਅ ਆ ਜਾਏ। ਫਿਰ ਉਹ ਕਹਿੰਦੇ ਕਿ ਜੀ ਇਹਨੂੰ ਵੀ ਛੱਡੋ, ਤੁਸੀਂ ਇਸੇ ਤਾਂ ਸਿੱਧਾ ਮੈਥਡ ਹੈ ਐਕਸਪ੍ਰੈਸ ਐਂਟਰੀ 'ਚੋਂ। ਫਿਰ ਉਹ ਕਹਿੰਦੇ ਕਿ ਸਾਡੇ ਕੋਲੇ ਜਿੰਨੀਆਂ ਪ੍ਰੋਵਿੰਸਸ ਨੇ, ਹਰ ਇੱਕ ਪ੍ਰੋਵਿੰਸ ਦਾ ਡਿਫਰੈਂਟ ਇਮੀਗ੍ਰੇਸ਼ਨ ਪ੍ਰੋਗਰਾਮ ਆ। ਉਹਦੇ ਵਿੱਚ ਪ੍ਰੋਵਿੰਸ ਦੀ ਨੇਚਰ ਵਾਈਜ਼, ਪ੍ਰੋਵਿੰਸ ਦੇ ਕੰਮਾਂ ਵਾਈਜ਼, ਕਿਉਂਕਿ ਉੱਥੇ ਹਰੇਕ ਪ੍ਰੋਵਿੰਸ ਦੇ ਫਾਰਮਿੰਗ ਅਲੱਗ ਹੈ, ਹਰੇਕ ਪ੍ਰੋਵਿੰਸ ਦੇ ਵਰਕ ਕਲਚਰ ਅਲੱਗ ਆ, ਹੈ ਨਾ। ਤਾਂ ਉਹਨਾਂ ਦੀ ਸਕਿੱਲ ਐਂਡ ਡਿਮਾਂਡ ਡਿਫਰੈਂਟ ਆ। ਤਾਂ ਉਹਨੂੰ ਉਹ ਕਹਿੰਦੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ, PNP ਕਹਿੰਦੇ ਸ਼ਾਰਟ 'ਚ, ਆਪਣੇ PNP ਕਹਿ ਦਿੰਦੇ। ਅਤੇ ਜੇ ਤੁਹਾਡੇ ਸਿੱਧੇ ਪੁਆਇੰਟ ਨਹੀਂ ਪੂਰੇ ਹੁੰਦੇ ਤਾਂ ਤੁਸੀਂ ਪਹਿਲਾਂ PNP ਅਪਲਾਈ ਕਰ ਲਓ। ਜੇ ਤੁਹਾਡੀ ਜੌਬ ਕੈਟਾਗਰੀ ਉੱਥੇ ਫਾਲ ਕਰਦੀ ਆ ਤਾਂ ਜੇ ਉਹ ਅਪਰੂਵ ਹੋ ਗਈ ਤਾਂ ਤੁਹਾਨੂੰ 600 ਪੁਆਇੰਟ ਮਿਲਦਾ ਉਹਦਾ। 600 ਪੁਆਇੰਟ ਮਿਲ ਜਾਣਾ, 600 ਪਲੱਸ ਜੋ ਤੁਹਾਡਾ ਆਪਣਾ ਪੁਆਇੰਟ ਸੀ 300 400 900, ਟੋਟਲ 1200 ਪੁਆਇੰਟ ਆ। ਤਾਂ ਐਵਰੇਜ ਡਰਾਅ ਜਿਹੜਾ ਐਕਸਪ੍ਰੈਸ ਐਂਟਰੀ ਦਾ ਆਉਂਦਾ ਹੁਣ ਤਾਂ ਪਿਛਲੇ ਸਾਲ ਤੋਂ ਆਇਆ ਨਹੀਂ, ਅਤੇ ਬਟ ਜਿਹੜਾ ਲਾਸਟ ਹੈ 473 ਦੇ ਅਰਾਊਂਡ ਆਇਆ ਸੀਗਾ। ਤਾਂ 600 ਤਾਂ ਤੁਹਾਨੂੰ ਉਹਨਾਂ ਨੇ ਦੇਤਾ, ਬਾਕੀ ਤੁਹਾਡਾ ਆਪਣਾ ਸੀ। ਤਾਂ ਤੁਸੀਂ ਉਸ ਤੋਂ ਬਾਅਦ ਸਿਰਫ ਆਪਣੇ ਡਾਕੂਮੈਂਟ ਸਬਮਿਟ ਕਰਨੇ ਆ, ਫੀਸ ਪੇ ਕਰਨੀ ਉਹ ਹੋ ਜਾਊਗਾ। ਦੈਨ ਇੱਕ ਹੋਰ ਸਾਡੇ ਨਾ ਟਰੈਂਡ ਚੱਲ ਪੈਂਦਾ ਕਿ ਜਿਹੜੀ ਚੀਜ਼ ਹੁਣ ਹਟ ਜਾਂਦੀ, ਸਾਡੇ ਪਹਿਲਾਂ ਕਹਿਣ ਲੱਗ ਜਿਵੇਂ ਅੱਜ ਮੈਨੂੰ ਇਨਕੁਆਇਰੀ ਆਈ ਸੀ, ਕਹਿੰਦੇ ਜੀ ਭਾਜੀ ਸਪਾਊਜ਼ਲ ਓਪਨ ਵਰਕਆਊਟ ਬੰਦ ਹੋ ਗਏ। ਮੈਂ ਕਿਹਾ ਕਦੋਂ ਬੰਦ ਹੋਈ ਸੀ? ਕਹਿੰਦਾ ਜੀ ਉਹ ਵੀਜ਼ੇ ਦੇ ਰਿਜ਼ਲਟ ਨਹੀਂ ਆਉਂਦੇ। ਕਿਸੇ ਚੀਜ਼ ਦਾ ਰਿਜ਼ਲਟ ਨਾ ਆਉਣਾ ਅਤੇ ਬੰਦ ਹੋ ਜਾਣਾ, ਦੋਨੇ ਡਿਫਰੈਂਟ ਚੀਜ਼ਾਂ ਨੇ, ਹੈ ਨਾ। ਤਾਂ ਸਾਡੇ ਰਿਊਮਰਸ ਜਲਦੀ ਕਰਦੇ। ਤਾਂ ਉੱਦਾਂ ਹੀ ਨਾ PR ਲਈ ਜਿਹੜਾ ਚੱਲਦਾ ਕਿ ਐਕਸਪ੍ਰੈਸ ਐਂਟਰੀ, ਤਾਂ ਇੱਥੇ ਨਾ ਹੁਣ ਰਿਊਮਰ ਬਣੀ ਹੋਈ ਹੈ ਕਿ ਸਾਲ ਤੋਂ ਡਰਾਅ ਨਹੀਂ ਆਇਆ, ਉਹਦੇ ਡਿਫਰੈਂਟ ਰੀਜ਼ਨ ਨੇ। ਕਹਿੰਦੇ ਕਿ ਜੀ ਉਹ ਬੰਦ ਹੋ ਗਿਆ। ਮੇਰੇ ਕੋਲ ਪਿੱਛੇ ਜਿਹੇ ਕੁਐਰੀ ਆਈਆਂ, ਕਹਿੰਦੇ ਜੀ ਅਸੀਂ ਸੁਣਿਆ ਐਕਸਪ੍ਰੈਸ ਐਂਟਰੀ ਬੰਦ ਹੋ ਗਿਆ। ਮੈਂ ਕਿਹਾ ਜੀ ਅਫੀਸ਼ੀਅਲ ਇਨਫੋਰਮੇਸ਼ਨ ਉਹ ਤਾਂ ਹੈ ਨਹੀਂ ਜੀ, ਕਹਿੰਦੇ। ਫਿਰ ਮੈਂ ਕਿਹਾ ਕੋਈ ਕਹਿ ਨਹੀਂ ਸਕਦਾ। ਯਾਨੀ ਇਹ ਕਹਿ ਲਈਏ ਕਿ ਜਿਹੜੇ ਪਾਸੇ ਕੰਮ ਨਹੀਂ ਬਣ ਰਿਹਾ ਤਾਂ ਉਹ ਛੱਡ ਦਿੰਦੇ ਨੇ, ਜ਼ਿਆਦਾਤਰ ਕੰਸਲਟੈਂਟ ਵੀ ਆਪ ਹੀ ਛੱਡ ਦਿੰਦੇ ਨੇ ਕਿ ਇੱਧਰ ਰਾਸਤੇ ਤੋਂ ਤੁਰੀ ਨਾ ਜਾਏ। ਸੌਖਾ ਤਰੀਕਾ PR ਦੇ ਵਿੱਚ ਪ੍ਰੋਸੈਸ ਥੋੜ੍ਹਾ ਜਿਹਾ ਕੰਪਲੈਕਸ ਲੱਗਦਾ ਦੇਖਣ ਨੂੰ, ਬਟ ਐਕਚੁਅਲ 'ਚ ਤੁਹਾਡੇ ਕੋਲ ਉਹ ਚੀਜ਼ਾਂ ਹੁੰਦੀਆਂ ਹੀ ਨੇ। ਬਟ ਪੂਰਾ ਕਰਨ ਲਈ ਤਾਂ ਫਿਰ ਤਾਂ ਹੀ ਤਾਂ ਕੰਸਲਟੈਂਟ ਬੈਠਣਾ, ਉਹੀ ਤੁਹਾਨੂੰ ਸਹੀ ਰਾਏ ਦੱਸ ਸਕਦੇ ਕਿ ਤੁਹਾਡੇ ਪੁਆਇੰਟ ਕਿੱਥੋਂ ਪੂਰੇ ਹੋਣੇ ਆ ਤਾਂ ਤੁਸੀਂ ਆਹ ਕਰ ਸਕਦੇ ਹੋ। ਜੇ ਕੋਈ ਬੰਦਾ IELTS ਨਹੀਂ ਕਰ ਪਾ ਰਿਹਾ ਤਾਂ ਕੀ ਉਹਦੇ ਲਈ ਪੋਸੀਬਲ ਹੈ PR ਪ੍ਰੋਗਰਾਮ 'ਚ ਬਹੁਤ ਰੇਅਰ ਪੋਸੀਬਿਲਿਟੀ ਆ, ਬਟ ਹਾਂ ਕੁਛ ਜਗ੍ਹਾ 'ਤੇ ਇੱਕ ਦੋ ਜਗ੍ਹਾ 'ਤੇ ਕੁਛ ਚੱਲਦੇ ਨੇ ਵਰਕ ਪਰਮਿਟਸ ਵਿਦਾਊਟ IELTS, ਉਹ ਵੀ ਸਮਥਿੰਗ ਰਿਲੇਟਡ ਟੂ ਫਾਰਮਿੰਗ ਹੈਗਾ। ਬਟ ਅਦਰਵਾਈਜ਼ ਫਿਰ ਉੱਥੇ ਆ ਜਾਣੀ ਗੱਲ ਕਿ ਮੈਂ ਕਹਿੰਦਾ ਕਿ ਜਦੋਂ ਉੱਥੇ ਕੰਮ ਕਰਨ ਜਾਣਾ, ਜੇ ਉੱਥੇ ਤੁਸੀਂ ਰਹਿਣਾ ਤਾਂ ਤੁਹਾਨੂੰ ਇੰਗਲਿਸ਼ ਤਾਂ ਆਉਣੀ ਚਾਹੀਦੀ ਆ। ਹਾਂ ਮੇਬੀ ਹੋ ਸਕਦਾ ਤੁਹਾਡਾ ਕੋਈ ਨੋਨ ਇੰਪਲੋਇਰ ਹੋਵੇ, ਤੁਹਾਡਾ ਕੋਈ ਰਿਸ਼ਤੇਦਾਰ ਹੋਵੇ, ਉਹ ਆਪਣਾ ਤੁਹਾਨੂੰ ਜੋਬ ਆਫਰ ਦੇਣ ਨੂੰ ਤਿਆਰ ਆ, ਦੈਟਸ ਅ ਡਿਫਰੈਂਟ ਸਟੋਰੀ। ਬਟ ਸਮਹਾਓ 99% ਕੇਸਿਸ ਦੇ ਵਿੱਚ ਆਪਾਂ ਮੰਨ ਕੇ ਚੱਲੋ ਕਿ IELTS ਬਿਨਾਂ ਕੋਈ ਗੁਜ਼ਾਰਾ ਨਹੀਂ। ਚਲੋ ਇਹ ਤਾਂ ਭਾਜੀ ਪੁਆਇੰਟ ਬੇਸਿਸ ਤੇ ਹੋ ਗਿਆ ਕਿ ਪੂਲ 'ਚ ਜਾਏਗਾ ਤੁਹਾਡਾ, ਉਹ ਫਾਈਲ ਚੱਕੀ ਜਾਏਗੀ ਐਕਸਪ੍ਰੈਸ PNP ਦਾ ਵੀ ਤੁਸੀਂ ਦੱਸਿਆ। ਹਾਂਜੀ, ਹੋਰ ਕਿਹੜੇ ਤਰੀਕਿਆਂ ਨਾਲ ਜਾਇਆ ਜਾ ਸਕਦਾ? ਹੋਰ ਆਪਣੀ ਵਿਜ਼ਟਰ ਘੁੰਮਣ ਜਾਂਦੇ ਲੋਕੀ ਵਿਜ਼ਟਰ ਵੀਜ਼ਾ ਲੈਂਦੇ ਨੇ। ਵਿਜ਼ਟਰ ਵੀਜ਼ਾ ਜਾ ਕੇ ਮਤਲਬ ਨੋਰਮਲ ਹੁਣ ਟਰੈਂਡ ਹੋ ਗਿਆ ਨਾ ਕਿ ਵਿਜ਼ਟਰ ਵੀਜ਼ਾ ਸਾਡੇ ਨਾ ਟ੍ਰਾਂਜੈਕਸ਼ਨ ਮੋਡ ਬਣਾ ਲੈਂਦੇ ਨੇ ਕਿ ਪਹਿਲਾਂ ਵਿਜ਼ਟਰ ਅਪਲਾਈ ਕਰ ਲਓ, ਅਤੇ ਦੂਜੀ ਚੀਜ਼ ਹੈ ਕਿ ਵਿਜ਼ਟਰ ਨੂੰ ਨਾ ਸਾਡੇ ਲੋਕਾਂ ਨੇ ਲੋਟਰੀ ਬਣਾਇਆ ਹੋਇਆ ਵੀ ਹਰ ਸਾਲ ਹੀ ਲਾ ਦਿਓ, ਹੈ ਨਾ। ਤਾਂ ਬਟ ਇੱਦਾਂ ਨਾ ਕਰੋ ਉਹਦਾ ਵੀ ਇੱਕ ਪ੍ਰੋਸੈਸ ਆ। ਤਾਂ ਵਿਜ਼ਟਰ ਵੀਜ਼ਾ ਕੀ ਆ ਕਿ ਵਿਜ਼ਟਰ ਵੀਜ਼ਾ ਉਹ ਕਹਿੰਦੇ ਕਿ ਜੀ ਅਸੀਂ ਉਹਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਡੇ ਕੰਟਰੀ 'ਚ ਘੁੰਮਣ ਆਉਣਾ, ਫਿਰ ਅਸੀਂ ਵਾਪਸ ਚਲੇ ਜਾਵਾਂਗੇ। ਉਹ ਕਹਿੰਦੇ ਸਾਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਵਾਪਸ ਕਿਉਂ ਜਾਓਗੇ, ਵੀ ਸਾਨੂੰ ਪਤਾ ਤੁਸੀਂ ਮੁੜ ਜਾਣਾ। ਉੱਥੇ ਆਫਿਸਰ ਕਹਿੰਦਾ ਕਿ ਜੀ ਤੁਸੀਂ ਮੁੜਨਾ ਨਹੀਂ, ਅਸੀਂ ਕਹਿੰਦੇ ਅਸੀਂ ਮੁੜਨਾ। ਅਤੇ ਜੇ ਮੁੜਨਾ ਦੱਸਣਾ ਸਾਡੇ ਕੋਲੇ ਕੋਈ ਜੋਬ ਹੈ ਪਹਿਲੀ ਚੀਜ਼, ਤਾਂ ਉਹਨੂੰ ਨਾ ਟਰਮ ਯੂਜ਼ ਕਰਦੇ ਆ ਕਿ ਹੋਮ ਟਾਈਜ਼ ਕੀ ਨੇ ਤੁਹਾਡੀਆਂ, ਆਪਣੀ ਕੰਟਰੀ 'ਚ ਤੁਹਾਡੇ ਕਿੰਨੇ ਸਟਰੋਂਗ ਬੌਂਡਿੰਗ ਆ ਕਿ ਅਸੀਂ ਬਿਲੀਵ ਕਰ ਲਈਏ ਕਿ ਤੁਸੀਂ ਵਾਪਸ ਜਾਓਗੇ। ਤੁਹਾਡੇ ਫੰਡਸ ਹੋ ਗਏ, ਤੁਹਾਡੀ ਜੋਬ ਹੋ ਗਈ, ਜੇ ਜੋਬ ਕਰਦੇ ਤੁਸੀਂ ਛੁੱਟੀ ਕਿੰਨੀ ਲੈਤੀ ਹੈ, ਤੁਹਾਡਾ ਐਮਪਲੋਇਰ ਦਾ ਲੈਟਰ ਦਿਓ, ਤੁਸੀਂ ਪਹਿਲਾਂ ਕੀ ਕੰਮ ਕੀਤਾ ਸੀਗਾ, ਪਿਛਲੇ 10 ਸਾਲਾਂ 'ਚ ਤੁਸੀਂ ਕੀ ਕੰਮ ਕਰਦੇ ਰਹੇ ਹੋ, ਤੁਹਾਨੂੰ ਉੱਥੇ ਜਿਹੜਾ ਬੁਲਾ ਰਿਹਾ ਉਹ ਕੌਣ ਆ, ਤੁਹਾਡਾ ਰਿਲੇਟਿਵ ਆ, ਤੁਹਾਡਾ ਫਰੈਂਡ ਆ, ਕੀ ਆ, ਹੈ ਨਾ। ਤਾਂ ਪੂਰੀ ਇਨਫੋਰਮੇਸ਼ਨ ਅਸੀਂ ਦੇਣੀ ਹੁੰਦੀ ਆ। ਤਾਂ ਸਾਡੇ ਨਾਲ ਬਹੁਤ ਲਾਈਟਲੀ ਲੈਂਦੇ ਨੇ ਕਿ ਵਿਜ਼ਟਰ ਵੀਜ਼ਾ ਦੇਤਾ ਅਤੇ ਬਸ ਠੀਕ ਹੈ ਜੀ ਅਪਲਾਈ ਕਰ ਦਿਓ, ਜਾਂ ਤਾਂ ਐਂ ਹੁੰਦਾ ਵੀ ਇੱਦਾਂ ਹੀ ਅਪਲਾਈ ਕਰ ਲਓ, ਜਾਂ ਫਿਰ ਕਿਸੇ ਨੇ ਸਪੋਂਸਰ ਕਰਤਾ ਜਾਂ ਕੁਛ ਵੀ ਹੋ ਗਿਆ ਤਾਂ ਉਹ ਇੱਦਾਂ ਹੀ ਬਸ ਇੱਕ ਰੈਂਡਮਲੀ ਇੱਕ ਕੇਸ ਅਪਲਾਈ ਕਰਦੇ ਹਾਂ ਅਸੀਂ। ਉਹਦੇ ਲਈ ਵੀ ਪ੍ਰੋਪਰ ਡਾਕੂਮੈਂਟੇਸ਼ਨ ਹੀ ਚਾਹੀਦੀ ਆ। ਮਤਲਬ ਕੈਨੇਡਾ ਜਾਣਾ ਐਲੀਜੀਬਿਲਟੀ ਚੈੱਕ ਪਹਿਲਾਂ, ਫਿਰ ਡਾਕੂਮੈਂਟੇਸ਼ਨ ਆ, ਫਿਰ ਨੈਕਸਟ ਪ੍ਰੋਸੈਸ ਆ, ਫਿਰ ਅਸੀਂ ਰਿਜ਼ਲਟ 'ਤੇ ਜਾਣਾ। ਅਤੇ ਜੇ ਕੋਈ ਸਕਿਲਡ ਵਰਕਰ ਹੈ, ਚਾਹੇ ਉਹ ਕੁਛ ਵੀ ਹੈ, ਚਾਹੇ ਡਰਾਈਵਰ ਹੈ, ਚਾਹੇ ਵੈਲਡਰ ਹੈ, ਚਾਹੇ ਕਾਰਪੇਂਟਰ ਹੈ,
ਕੰਸਲਟ ਕਰੇ, ਕੋਈ ਅਸੈਸਮੈਂਟ ਕਰਵਾਵੇ, ਕੋਈ ਕੰਪਨੀ ਉਧਰੋਂ ਉਹਨੂੰ ਬੁਲਾਉਂਦੀ ਆ ਤੇ ਜੌਬ ਆਫਰ ਦਿੰਦੀ ਆ, ਤੇ ਉਹਦੇ ਲਈ ਕਿੰਨਾ ਕੀ ਈਜ਼ੀ ਹੈ ਤੇ ਕਿੰਨਾ ਟਫ ਹੋ ਜਾਂਦਾ ਫਿਰ? ਬਹੁਤ ਈਜ਼ੀ ਆ। ਉਹ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਕੰਪਨੀ ਨੂੰ ਅਪਲਾਈ ਕਰੇ, ਕੰਪਨੀ ਜੇ ਉਹਨੂੰ ਕਰਨ ਨੂੰ ਤਿਆਰ ਆ ਉਹਦੀ ਕਮਿਊਨੀਕੇਸ਼ਨ ਲਵੇ, ਫਿਰ ਇੱਕ ਕੰਸਲਟੈਂਟ ਨੂੰ ਹਾਇਰ ਕਰੇ, ਕਿਉਂਕਿ ਉਹ ਫਿਰ ਦੋਨੋਂ ਸਾਈਡ ਤੇ ਕਰੇ, ਕੰਪਨੀ ਨੂੰ ਵੀ ਰਿਪਰੈਜ਼ੈਂਟ ਕਰੂਗਾ, ਦੈਨ ਉਹ ਕਲਾਇੰਟ ਨੂੰ ਵੀ ਰਿਪਰੈਜ਼ੈਂਟ ਕਰਦਾ, ਤਾਂ ਉਹ ਇੱਕ ਕੰਸਲਟੈਂਟ ਨੂੰ ਹਾਇਰ ਕਰੇ ਰੈਗੂਲੇਟਰਲੀ। ਉੱਥੇ ਜ਼ਿਆਦਾ ਸਪੈਸ਼ਲ ਚਾਹੀਦਾ। ਕਿੰਨੀ ਕੁ ਵੱਡੀ ਗਿਣਤੀ 'ਚ ਜਾਂਦੇ ਆ ਜੀ ਲੋਕ ਇਸ ਤਰੀਕੇ ਦੇ ਨਾਲ? ਬਹੁਤ ਜ਼ਿਆਦਾ ਜਾਂਦੇ ਆ। ਸਭ ਤੋਂ ਸੇਫ ਆਪਾਂ ਮੰਨ ਲਈਏ ਕਿ ਸੇਫ ਹੈ ਯਾ, ਤੇ ਫਿਰ ਸਕਿੱਲ ਦੇਖੋ ਉਹ ਤਾਂ ਜਾ ਪਾਉਂਦੇ ਕਿਉਂਕਿ ਉਹਨਾਂ ਕੋਲ ਇੱਕ ਸਕਿੱਲ ਹੈ। ਹਾਂ, ਐਦਾਂ ਨਹੀਂ ਹੈ ਕਿ ਵੀ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੈਗੇ, ਤੇ ਨਾਲ ਹੀ ਉਹਨਾਂ ਨੇ ਇੰਗਲਿਸ਼ ਦੀ ਵੀ ਮਿਨੀਮਮ ਲੈਵਲ ਰੱਖਤਾ ਕਿ 5 ਚਾਹੀਦੇ ਹੀ ਚਾਹੀਦੇ। ਕਿ ਜਿਸ ਤਰੀਕੇ ਦੇ ਨਾਲ ਹੁਣ ਕਰੇਜ਼ ਸ਼ੁਰੂ ਹੋ ਗਿਆ ਕਿ +2 ਕਰਕੇ ਬੱਚੇ ਜਾ ਰਹੇ ਨੇ, ਠੀਕ ਹੈ, +2 ਕਰਕੇ ਬੱਚਾ ਈਜ਼ੀਲੀ ਉੱਥੇ ਸਰਵਾਈਵ ਕਰ ਸਕਦਾ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਸੋਚਣਾ ਚਾਹੀਦਾ? ਇਹ ਹੁਣ ਇੰਟੈਲੈਕਚੁਅਲ ਲੈਵਲ ਤੇ ਸਾਡੀ ਆਪਣੀ ਥਿੰਕਿੰਗ ਤੇ ਡਿਪੈਂਡ ਕਰਦਾ। ਜੇ ਮਤਲਬ ਉਹਦੇ ਪ੍ਰੋਜ਼ ਐਂਡ ਕੌਨਸ ਡਿਫਰੈਂਟ ਨੇ। ਹੁਣ ਕੀ ਹੈ ਕਿ +2 ਵਾਲਾ ਬੱਚਾ ਬਹੁਤ ਇਮੈਚਿਓਰ ਆਪਾਂ ਕਹਿ ਸਕਦੇ ਹਾਂ ਹੁੰਦਾ ਹੈ ਨਾ, ਉਹਨੂੰ ਕੁਝ ਨਹੀਂ ਪਤਾ, ਤਾਂ ਜਾਂ ਤਾਂ ਫਿਰ ਉਹ ਮੈਂਟਲੀ ਪ੍ਰਿਪੇਅਰ ਹੋ ਕੇ ਜਾਵੇ, ਕਿਉਂਕਿ ਅਦਰਵਾਈਜ਼ ਕੀ ਹੁੰਦਾ ਕਿ ਅਸੀਂ ਚਾਹ ਇੱਥੋਂ ਗਏ ਤੇ ਉੱਥੇ ਜਾ ਕੇ ਡਿਫਰੈਂਟ ਸਿਨੈਰੀਓ ਬਿਲਕੁਲ ਆਪੋਜ਼ਿਟ ਹੁੰਦਾ, ਜੋ ਉਹਨਾਂ ਨੇ ਦਿਮਾਗ 'ਚ ਬਣਾਇਆ ਹੋਇਆ ਉਹ ਚੀਜ਼ਾਂ ਨਹੀਂ ਮਿਲਦੀਆਂ, ਨਹੀਂ ਹੁੰਦੀਆਂ ਉਹ ਜੋ ਉਹ ਸੋਚ ਕੇ ਜਾਂਦੇ ਜਾਂ ਜੋ ਉਹਨਾਂ ਨੂੰ ਦੱਸਿਆ ਜਾਂਦਾ ਉੱਥੇ, ਤਾਂ ਉਹ ਇੱਕ ਸ਼ੌਕ ਸਟੇਜ ਹੋ ਜਾਂਦੀ ਉਹਨਾਂ ਲਈ ਕਿ ਗਏ, ਅੱਛਾ ਆ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ, ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ, ਬਹੁਤ ਕਾਮਨ ਚੀਜ਼ਾਂ ਨੇ। ਤਾਂ +2 ਵਾਲੇ ਬੱਚੇ ਕੋਲੇ ਫਿਰ ਦੂਸਰੀ ਚੀਜ਼ ਇਹ ਆ ਕਿ ਵੀ ਦੇਖੋ ਉਹਨਾਂ ਨੂੰ ਉਹ ਤਾਂ ਐਜੂਕੇਸ਼ਨ ਕਰਨ ਗਏ ਆ ਨਾ, ਤਾਂ ਉਹ ਐਜੂਕੇਸ਼ਨ 'ਤੇ ਫੋਕਸਡ ਰਹਿਣ, ਕਿਸੇ ਦੀ ਗੱਲਾਂ 'ਚ ਆ ਕੇ ਉੱਥੇ ਫਿਰ ਨੋਰਮਲ ਟਰੈਂਡ ਉੱਥੇ ਦਾ ਟਰੈਂਡ ਇਹ ਹੋ ਗਿਆ ਕਿ ਜਾਂਦੇ ਆ ਸਟੱਡੀ ਚੇਂਜ ਕਰ ਲੈਂਦੇ ਆ, ਕਾਲਜ ਚੇਂਜ ਕਰ ਲਿਆ, ਫਿਰ ਉਹ ਔਖਾ ਲੱਗਿਆ, ਫਿਰ ਸਟੱਡੀ ਵਿੱਚ ਛੱਡਤੀ, ਫਿਰ ਉੱਥੇ ਕੋਈ ਗਾਈਡ ਕਰ ਦਿੰਦਾ ਕਿ ਨਹੀਂ ਜੀ ਤੁਸੀਂ ਵਰਕ ਪਰਮਿਟ ਲੈ ਲਓ, ਇੱਦਾਂ ਬਹੁਤ, ਫਿਰ ਉਹ ਵੀ ਨਹੀਂ ਹੋ ਪਾਉਂਦਾ, ਉਦੋਂ ਤੱਕ ਆਊਟ ਆਫ ਸਟੇਟਸ ਹੋ ਜਾਂਦੇ ਆ। ਬਹੁਤ ਕੇਸ ਨੇ ਉੱਥੇ ਜਿਹੜੇ ਬੱਚੇ ਇਹੀ ਹੈ ਕਿ ਆਪਣੀ ਸਟਰੀਮ ਦੇ ਵਿੱਚ ਕਲੀਅਰ ਹੀ ਨਹੀਂ ਕਰ ਪਾਉਂਦੇ, ਉਹ ਉੱਥੇ ਜਾ ਕੇ ਸਟੱਡੀ ਨਹੀਂ ਕੰਪਲੀਟ ਕਰ ਪਾਉਂਦੇ। ਦੂਸਰਾ ਹੈਗੇ ਨੇ ਜਿਹੜੇ, ਜਦੋਂ ਅਸੀਂ ਕਹਿੰਦੇ ਕਿ ਪ੍ਰਾਈਵੇਟ ਕਾਲਜ ਗਏ ਆ, ਉੱਥੇ ਉਹਨਾਂ ਨੂੰ ਵਰਕ ਪਰਮਿਟ ਹੀ ਨਹੀਂ ਮਿਲਣਾ, ਆਫਟਰ ਸਟੱਡੀ ਵਰਕ ਪਰਮਿਟ ਨਹੀਂ ਮਿਲਣਾ, ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਸੋਚ ਕੇ ਜਾਓ। ਪ੍ਰਾਈਵੇਟ ਕਾਲਜ ਦੇ ਵਿੱਚ ਪਰ ਵੱਡੀ ਗਿਣਤੀ ਤਾਂ ਜਾ ਰਹੇ ਨੇ ਕਿ ਪ੍ਰਾਈਵੇਟ ਪੁੱਛ ਕੇ ਜਾਓ ਇੱਥੋਂ ਕਿ ਮੈਨੂੰ ਵਰਕ ਪਰਮਿਟ ਮਿਲਣਾ ਕਿ ਨਹੀਂ ਮਿਲਣਾ, ਕਿਉਂਕਿ ਜੋ ਉਸ ਕਾਲਜ ਦੀ ਫੀਸ ਸਿਰਫ ਰਿਫੰਡ ਕਰਾਈ, ਤੁਸੀਂ ਉੱਥੇ ਜਾ ਕੇ ਕੋਈ SDS ਕਾਲਜ ਲੈ ਵੀ ਲਿਆ ਜਿੱਥੇ ਵਰਕ ਪਰਮਿਟ ਮਿਲੂਗਾ, ਤਾਂ ਉਸ ਕਾਲਜ ਨੇ ਫੀਸ ਨਹੀਂ ਰਿਫੰਡ ਕਰਨੀ, ਦੈਟ ਮੀਨਸ ਕਿ ਤੁਸੀਂ ਸਾਰੀ ਫੀਸ ਦੁਬਾਰੇ ਭਰੋਗੇ। ਪਰ ਇਹ ਤਾਂ ਬਹੁਤ ਸਾਰੇ ਲੋਕ ਤਾਂ ਖਿਆਲ ਹੀ ਨਹੀਂ ਕਰਦੇ, ਉਹ ਤਾਂ ਇਹੀ ਦੇਖਦੇ ਆ ਸਿਰਫ ਕਿ ਅਸੀਂ ਤਾਂ ਕੈਨੇਡਾ ਜਾਣਾ ਨਾ। ਹਾਂ, ਬਸ ਰੀਜ਼ਨ ਇਹ ਹੈ ਕਿ ਅਸੀਂ ਤਾਂ ਸਿਰਫ ਕੈਨੇਡਾ ਲੈਂਡ ਕਰਨਾ, ਅਸੀਂ ਸਾਡਾ ਹੋਰ ਕੋਈ ਮੋਟਿਵ ਹੀ ਨਹੀਂ। ਤੇ ਉਹਨਾਂ ਨੂੰ ਸਲਾਹ ਵੀ ਨਹੀਂ ਫਿਰ ਠੀਕ ਦਿੱਤੀ ਜਾਂਦੀ, ਕਿਉਂਕਿ ਅਗਲੇ ਨੇ ਤਾਂ ਪੈਸੇ ਬਣਾਉਣੇ ਕਰ ਰਹੇ ਨਾ, ਤਾਂ ਮੈਂ ਤਾਂ ਕਿਤੇ ਨਾ ਕਿਤੇ ਬਿਜ਼ਨਸ ਮਾਈਂਡਡ ਹੈਗਾ, ਤੇ ਬਿਜ਼ਨਸ ਮਾਈਂਡ ਦੇ ਵਿੱਚ ਫਿਰ ਉਹ ਚੀਜ਼ਾਂ ਤਾਂ ਫਿਰ ਕਿਤੇ ਨਾ ਕਿਤੇ। ਕਿਸ ਤਰ੍ਹਾਂ ਦਾ ਕਾਲਜ ਚੂਜ਼ ਕਰਨਾ ਚਾਹੀਦਾ ਇਹ ਵੀ ਦੱਸ ਦਿਓ, ਸਰਕਾਰੀ ਕਿੱਦਾਂ ਜਾਂ ਤੇ ਜੋ ਮਾਨਤਾ ਪ੍ਰਾਪਤ ਸਰਕਾਰੀ। ਪਹਿਲੀ ਚੀਜ਼, ਉੱਥੇ ਕੋਈ ਸਰਕਾਰੀ ਨਹੀਂ, ਕੋਈ ਪ੍ਰਾਈਵੇਟ ਨਹੀਂ, ਈਦਰ ਇਟਸ SDS ਪ੍ਰੋਗਰਾਮ। ਤੁਸੀਂ ਚੈੱਕ ਕਰਨਾ ਕਿ ਜੀ ਜਾਂ ਤਾਂ ਤੁਸੀਂ ਜਨਰਲ ਪ੍ਰੋਗਰਾਮ 'ਚ ਅਪਲਾਈ ਕਰ ਰਹੇ ਹੋ ਜਾਂ ਤੁਸੀਂ SDS 'ਚ ਕਰ ਰਹੇ ਹੋ, ਹੈ ਨਾ, ਤਾਂ ਦੋਨਾਂ ਦੀ ਐਲੀਜੀਬਿਲਿਟੀ ਡਿਫਰੈਂਟ ਨੇ, ਬਸ ਦੈਟਸ ਅ ਡਿਫਰੈਂਸ। ਬਟ ਹਾਂ, ਤੁਸੀਂ ਜੋ ਚੈੱਕ ਕਰਨਾ, ਇਹ ਚੈੱਕ ਕਰਨਾ ਕਿ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਹਾਨੂੰ ਕਾਲਜ ਵਰਕ ਪਰਮਿਟ ਲੈਣ ਲਈ ਐਲੀਜੀਬਲ ਹੈਗਾ ਕਿ ਨਹੀਂ ਹੈਗਾ, ਦੈਟਸ ਇਟ। ਤੁਸੀਂ ਇਹ ਪਹਿਲਾਂ ਚੈੱਕ ਕਰਨਾ ਹੈ। ਬਟ ਜੇ ਤੁਸੀਂ ਆਪ ਸੋਚ ਕੇ ਗਏ ਹੋ, ਫਿਰ ਇਹ ਸੋਚ ਕੇ ਚੱਲਿਓ ਕਿ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ ਤੁਹਾਡੇ ਨਾਲ ਕਈ ਵਾਰੀ, ਬਟ ਮੋਸਟ ਆਫ ਦਾ ਕੇਸ ਤੇ ਉੱਥੇ ਜਾ ਕੇ ਪਤਾ ਲੱਗਦਾ, ਬਟ ਉਹ ਖੜਾ। ਸੋ ਮੈਨੂੰ ਲੱਗਦਾ ਗਗਨਦੀਪ ਜੀ ਬਹੁਤ ਸਾਰੀਆਂ ਗੱਲਾਂ ਲੋਕਾਂ ਨੂੰ ਅੱਜ ਕਲੀਅਰ ਹੋਈਆਂ ਨੇ, ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਤੁਹਾਡੇ ਡਾਊਟ ਕਲੀਅਰ ਹੋਏ ਹੋਣੇ ਨੇ, ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਨੂੰ ਨਵੀਆਂ ਵੀ ਪਤਾ ਲੱਗੀਆਂ ਹੋਣੀਆਂ ਅੱਜ। ਪਰ ਜਾਣ ਤੋਂ ਪਹਿਲਾਂ ਭਾਜੀ ਇੱਕ ਵਾਰ ਜ਼ਰੂਰ ਦੱਸ ਦਿਓ, ਜਿਹੜਾ ਤੁਹਾਡਾ ਇਹ 6 ਤੋਂ ਤੁਸੀਂ 12 ਵਾਲਾ ਵਿੱਚ ਦੱਸ ਰਹੇ ਸੀ ਕਿ ਤੁਹਾਡੇ ਪ੍ਰੋਗਰਾਮਸ ਨੇ, ਇੱਕ ਵਾਰ ਫਿਰ ਦੱਸ ਦਿਓ ਕਿਸ ਤਰੀਕੇ ਦੇ ਨਾਲ ਉਸ ਦਾ ਹਿੱਸਾ ਬਣ ਸਕਦੇ ਲੋਕ। 6 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਅਸੀਂ 2 ਲੋਕੇਸ਼ਨਾਂ ਚੂਜ਼ ਕੀਤੀਆਂ ਹੋਈਆਂ, ਇੱਕ ਸਾਡਾ ਆਪਣਾ ਆਫਿਸ ਹੈ, ਇੱਕ ਸਾਡਾ ਚੰਡੀਗੜ੍ਹ ਆਫਿਸ ਹੈਗਾ। ਤਾਂ ਉੱਥੇ ਲੋਕੇਸ਼ਨਾਂ 'ਤੇ ਅਸੀਂ ਡਿਫਰੈਂਟ ਸਟਰੀਮ ਵਾਈਜ਼ ਡੇ ਰੱਖੇ ਹੋਏ ਨੇ ਕਿ ਜੇ ਓਪਨ ਸਪਾਊਸ ਵਰਕ ਪਰਮਿਟ ਦੀ ਗੱਲ ਕਰਨੀ ਹੈ ਤਾਂ 7 ਤਰੀਕ ਨੂੰ ਆ ਜਾਓ, ਜਾਂ ਡਿਫਰੈਂਟ ਵਰਕ ਪਰਮਿਟ ਦੀ ਗੱਲ ਨਹੀਂ 8 ਨੂੰ ਆ, ਤਾਂ ਡਿਫਰੈਂਟ ਡੇਜ਼ ਦਿੱਤੇ ਹੋਏ ਆ। ਉੱਥੇ ਆਪਣੇ ਆਪ ਨੂੰ ਰਜਿਸਟਰ ਕਰੋ, ਵੈਬਸਾਈਟ ਦਾ ਲਿੰਕ ਦਿੱਤਾ ਹੋਇਆ, ਨੰਬਰ ਦਿੱਤਾ ਹੋਇਆ, ਉੱਥੇ ਰਜਿਸਟਰ ਕਰੋ। ਰਜਿਸਟਰ ਕਰਨ ਦਾ ਪਰਪਸ ਸਿਰਫ ਇੰਨਾ ਕੁ ਕਿ ਜਿਹੜਾ ਬੰਦਾ ਸਾਡੇ ਨਾਲ ਗੱਲ ਕਰਨ ਆ ਰਿਹਾ ਤਾਂ ਉਹਨੂੰ ਪਤਾ ਹੋਵੇ ਕਿ ਕਾਹਦੇ ਲਈ ਗੱਲ ਕਰਨ ਆ ਰਿਹਾ, ਅਤੇ ਜੇ ਇਨ ਜਨਰਲ ਵੀ ਗੱਲ ਕਰਨ ਆਉਣਾ ਉਹਨੇ ਤਾਂ ਉਹਦੇ ਲਈ ਵੀ ਡਿਫਰੈਂਟ ਡੇ ਆ, ਤਾਂ ਉਹਨੂੰ ਪ੍ਰੋਪਰ ਟਾਈਮ ਦੇ ਸਕੀਏ ਤਾਂ ਕਿ ਉਹਦਾ ਅਤੇ ਸਾਡਾ ਦੋਨਾਂ ਦਾ ਟਾਈਮ ਨਾ ਵੇਸਟ ਹੋਵੇ। ਤਾਂ ਉਹ ਪ੍ਰੋਪਰ ਇੱਕ ਕਾਲ ਕਰਕੇ ਇੱਕ ਟਾਈਮ ਸਲੋਟ ਲੈ ਕੇ ਆਪਣਾ ਆਵੇ, ਅਤੇ ਉਹਨੂੰ ਇੱਦਾਂ ਆਏ ਨੂੰ ਅਸੀਂ ਸਰਵ ਕਰ ਸਕੀਏ, ਕਿਉਂਕਿ ਜੇ ਮੈਂ ਆਏ ਨੂੰ ਸਰਵ ਨਹੀਂ ਕਰ ਸਕਿਆ ਤਾਂ 5 ਮਿੰਟਾਂ ਦੇ ਵਿੱਚ ਅਸੀਂ ਉਹਨਾਂ ਨੂੰ ਆਨਸਰ ਦੇਣ ਲੱਗ ਗਏ ਤਾਂ ਫਿਰ ਉਹ ਬਾਕੀਆਂ ਵਰਗੀ ਗੱਲ ਹੋ ਜਾਣੀ ਨਾ ਕਿ ਅਸੀਂ ਕੰਸਲਟੈਂਟ ਫਿਰ ਕਾਹਦੇ ਹੋ ਗਏ, ਰਾਈਟ। ਤਾਂ ਫਿਰ ਡਿਫਰੈਂਸ ਕੀ ਆ। ਬਹੁਤ ਬਹੁਤ ਧੰਨਵਾਦ ਗਗਨਦੀਪ ਖੱਟੜਾ ਜੀ, ਤੁਸੀਂ ਆਏ, ਇੰਨੀਆਂ ਮਹੱਤਵਪੂਰਨ ਜਾਣਕਾਰੀ ਅਤੇ ਗੱਲਾਂ ਸਾਂਝੀਆਂ ਕੀਤੀਆਂ। ਸੋ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਕਿ ਸਾਡਾ ਇਹ ਖਾਸ ਕੋਸ਼ਿਸ਼, ਸਾਡੀ ਪਸੰਦ ਤੁਹਾਨੂੰ ਆਈ ਹੋਏਗੀ। ਜਿਨ੍ਹਾਂ ਨੂੰ ਲੱਗਦਾ ਕਿ ਗਗਨਦੀਪ ਸਿੰਘ ਖੱਟੜਾ ਦੀ ਸਲਾਹ ਸਹੀ ਲੱਗਦੀ ਹੈ ਅਤੇ ਉਹ ਇਹਨਾਂ ਦੇ ਨਾਲ ਵਾਕਈ ਸਲਾਹ ਕਰ ਸਕਦੇ ਨੇ। ਜਿਸ ਤਰੀਕੇ ਦੇ ਨਾਲ ਨਵੀਆਂ ਗੱਲਾਂ
ਪਤਾ ਲੱਗੀਆਂ ਨੇ ਕਿ RCIC ਮੈਂਬਰਸ਼ਿਪ ਵੀ ਹੁੰਦੀ ਹੈ ਤੇ ਜਿਸ ਕੰਸਲਟੈਂਟ ਦੇ ਕੋਲੇ ਮੈਂਬਰਸ਼ਿਪ ਹੈ ਤੇ ਉਹਦੀ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਆ, ਜਾਂ ਇਹ ਕਹਿ ਲਈਏ ਕਿ ਇੱਕ ਮਾਨਤਾ ਪ੍ਰਾਪਤ ਉਹ ਕੰਸਲਟੈਂਟ ਹੋ ਜਾਂਦਾ ਹੈ ਕੈਨੇਡਾ ਸਰਕਾਰ ਦੇ ਵੱਲੋਂ। ਸੋ ਇਹਨਾਂ ਗੱਲਾਂ ਦਾ ਖਿਆਲ ਤੁਹਾਨੂੰ ਰੱਖਣਾ ਪਏਗਾ। ਅਗਲੀ ਵਾਰ ਬੜੀ ਜਲਦ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਤੱਕ ਦੇ ਲਈ ਸਿਰਫ ਇੰਨਾ ਹੀ। ਹੁਣ ਧੰਨਵਾਦ, ਆਗਿਆ ਦਿਓ। ਧੰਨਵਾਦ।